ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਐਂਡ ਵੈਲਕਮ ਟੂ ਮਾਈ ਚੈਨਲ। ਅੱਜ ਦੀ ਇਸ ਕਲਾਸ ਦੇ ਵਿੱਚ ਆਪਾਂ ਕਰਨਾ ਹੈ ਕਲਾਸ ਨੰਬਰ 9 ਦਾ ਪਾਰਟ ਨੰਬਰ 3। यूनिट अपनी चल रही है फाइनैशियल अकाउंटिंग। टॉपिक अपना चल रहा है डेप्रीसीएशन। ਅੱਜ ਦੀ ਇਸ ਕਲਾਸ ਦੇ ਵਿੱਚ ਆਪਾਂ ਦੇਖਾਂਗੇ WDV ਮੈਥਡ ਕੀ ਹੈ, ਰਿਟਨ ਡਾਊਨ ਵੈਲਿਊ ਮੈਥਡ, ਉਹਦੇ ਰਿਲੇਟਡ ਇੰਪੋਰਟੈਂਟ ਪੁਆਇੰਟਸ ਕਿਹੜੇ ਨੇ ਤੇ ਕੱਲ੍ਹ ਵਾਲੇ ਲੈਕਚਰ 'ਚ ਕੁਝ ਇੰਪੋਰਟੈਂਟ ਪੁਆਇੰਟਸ ਦੱਸਣੇ ਰਹਿ ਗਏ ਸੀ ਜੋ ਅੱਜ ਅਸੀਂ ਇसी ਲੈਕਚਰ ਦੇ ਵਿੱਚ ਕਵਰ ਕਰਾਂਗੇ। ਸੋ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਕਿ WDV ਮੈਥਡ ਦੇ ਅਦਰ ਨੇਮ ਕੀ ਨੇ। WDV ਮੀਨਸ ਰਿਟਨ ਡਾਊਨ ਵੈਲਿਊ ਮੈਥਡ। ਇਹਦਾ ਦੂਸਰਾ ਨਾਮ ਹੈ ਡਿਮਿਨਿਸ਼ਿੰਗ ਬੈਲੈਂਸ ਮੈਥਡ, ਰਿਡਿਊਸਿੰਗ ਬੈਲੈਂਸ ਮੈਥਡ। ਇਹਦੇ ਦੋ ਅਦਰ ਨੇਮ ਹੈ, ਯਾਦ ਰੱਖਣੇ ਆ ਤੁਸੀਂ। ਡਿਮਿਨਿਸ਼ਿੰਗ ਬੈਲੈਂਸ ਮੈਥਡ, ਦੂਸਰਾ ਹੈ ਰਿਡਿਊਸਿੰਗ ਬੈਲੈਂਸ ਮੈਥਡ। ਤਿੰਨਾਂ ਵਿੱਚੋਂ ਕੁਝ ਵੀ ਲਿਖਿਆ ਆ ਜਾਏ, ਤਿੰਨੋਂ ਮੈਥਡ ਸੇਮ ਨੇ, ਠੀਕ ਹੈ। ਤਿੰਨੋਂ ਨੇਮ ਸੇਮ ਨੇ, ਇੱਕ ਹੀ ਮੈਥਡ ਦੇ ਨਾਲ ਰਿਲੇਟ ਕਰਦੇ ਨੇ, ਰਿਟਨ ਡਾਊਨ ਵੈਲਿਊ ਮੈਥਡ। ਹੁਣ ਅੱਗੇ ਦੇਖੋ ਇਸ ਮੈਥਡ ਦੇ ਵਿੱਚ ਐਕਚੁਅਲੀ ਹੁੰਦਾ ਕੀ ਹੈ। ਅੰਡਰ ਦਿਸ ਮੈਥਡ ਡੈਪਰੀਸੀਏਸ਼ਨ ਇਜ਼ ਚਾਰਜਡ ਐਜ਼ ਫਿਕਸਡ ਪਰਸੈਂਟੇਜ, ਠੀਕ ਹੈ। ਫਿਕਸਡ ਪਰਸੈਂਟੇਜ ਚਾਰਜ ਕੀਤੀ ਜਾਂਦੀ ਹੈ ਪਰ ਬੁੱਕ ਵੈਲਿਊ ਦੇ ਵਿੱਚ। SLM ਦੇ ਵਿੱਚ ਆਪਾਂ ਕੱਲ੍ਹ ਪੜ੍ਹਿਆ ਸੀਗਾ ਫਿਕਸਡ ਅਮਾਊਂਟ ਆਫ ਡੈਪਰੀਸੀਏਸ਼ਨ, ਫਿਕਸਡ ਅਮਾਊਂਟ, ਠੀਕ ਹੈ। ਆਪਾਂ ਪੜ੍ਹਿਆ ਸੀ ਫਿਕਸਡ ਅਮਾਊਂਟ ਆਫ ਡੈਪਰੀਸੀਏਸ਼ਨ ਚਾਰਜ ਕੀਤੀ ਜਾਂਦੀ ਹੈ ਔਨ ਓਰੀਜਨਲ ਕੋਸਟ, ਠੀਕ ਹੈ। ਉਹ SLM ਦੇ ਵਿੱਚ ਕੀਤਾ ਜਾਂਦਾ ਸਟ੍ਰੇਟ ਲਾਈਨ ਮੈਥਡ ਦੇ ਵਿੱਚ, ਠੀਕ ਹੈ। ਪਰ ਰਿਟਨ ਡਾਊਨ ਵੈਲਿਊ ਮੈਥਡ ਦੇ ਵਿੱਚ ਹਰ ਸਾਲ ਫਿਕਸਡ ਪਰਸੈਂਟੇਜ ਆਫ ਡੈਪਰੀਸੀਏਸ਼ਨ ਚਾਰਜ ਕੀਤੀ ਜਾਂਦੀ ਹੈ ਬੁੱਕ ਵੈਲਿਊ ਦੇ ਉੱਤੇ ਹਰ ਸਾਲ, ਠੀਕ ਹੈ। ਉਸ ਤੋਂ ਬਾਅਦ ਮੈਂ ਡਿਫਰੈਂਸ ਲਿਖੇ। ਮੇਨ ਡਿਫਰੈਂਸ ਤੁਸੀਂ ਯਾਦ ਰੱਖਣੇ ਹੈ ਕਿ SLM ਦੇ ਵਿੱਚ ਮੇਨ ਡਿਫਰੈਂਸ ਕੀ ਹੈ ਤੇ WDV ਦੇ ਵਿੱਚ ਮੇਨ ਡਿਫਰੈਂਸ ਕੀ ਹੈ। ਸਭ ਤੋਂ ਪਹਿਲਾਂ SLM ਦੇਖੋ ਡੈਪਰੀਸੀਏਸ਼ਨ ਚਾਰਜ ਕੀਤੀ ਜਾਏਗੀ ਓਰੀਜਨਲ ਕਾਸਟ ਦੇ ਉੱਤੇ ਤੇ WDV ਵਿੱਚ ਡੈਪਰੀਸੀਏਸ਼ਨ ਚਾਰਜ ਕੀਤੀ ਜਾਏਗੀ ਬੁੱਕ ਵੈਲਿਊ ਦੇ ਉੱਤੇ, ਠੀਕ ਹੈ। ਇੱਕ ਹੋਰ ਡਿਫਰੈਂਸ ਨੋਟ ਕਰ ਲੈਣਾ, ਇਹਦੇ ਵਿੱਚ ਆਪਾਂ ਫਿਕਸਡ ਅਮਾਊਂਟ ਲਿਖਦੇ ਹਾਂ, SLM ਦੇ ਵਿੱਚ ਆਪਾਂ ਫਿਕਸਡ ਅਮਾਊਂਟ ਚਾਰਜ ਕਰਦੇ ਹਾਂ ਡੈਪਰੀਸੀਏਸ਼ਨ ਦੀ। ਇਹਦੇ ਵਿੱਚ ਆਪਾਂ ਫਿਕਸਡ ਪਰਸੈਂਟੇਜ ਆਫ ਡੈਪਰੀਸੀਏਸ਼ਨ ਚਾਰਜ ਕਰਦੇ ਹਾਂ WDV ਦੇ ਵਿੱਚ। ਹੁਣ ਕੁਐਸਚਨ ਇਹ ਅਰਾਈਜ਼ ਹੁੰਦਾ ਹੈ ਕਿ ਓਰੀਜਨਲ ਕਾਸਟ ਔਰ ਬੁੱਕ ਵੈਲਿਊ ਐਕਚੁਅਲ ਦੇ ਵਿੱਚ ਹੈ ਕੀ। ਤੁਹਾਨੂੰ ਇਹ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ ਕਿ ਓਰੀਜਨਲ ਕਾਸਟ ਕੀ ਹੈ ਤੇ ਬੁੱਕ ਵੈਲਿਊ ਕੀ ਹੈ, ਤਾਂ ਹੀ ਤੁਸੀਂ ਅਗਰ ਨੂਮੈਰੀਕਲ ਆਏ ਤੁਸੀਂ ਸੋਲਵ ਕਰ ਸਕਦੇ ਹੋ। ਸਭ ਤੋਂ ਪਹਿਲਾਂ ਹੁਣ ਅਗਲਾ ਕੁਐਸਚਨ ਸਾਡਾ ਅਰਾਈਜ਼ ਹੁੰਦਾ ਵਟ ਇਜ਼ ਓਰੀਜਨਲ ਕਾਸਟ ਐਂਡ ਬੁੱਕ ਵੈਲਿਊ, ਠੀਕ ਹੈ। ਹੁਣ ਦੇਖੋ ਐਗਜ਼ਾਮਪਲ ਦੇ ਥਰੂ ਮੈਂ ਸਮਝਾਉਂਗੀ ਓਰੀਜਨਲ ਕਾਸਟ ਕੀ ਹੁੰਦਾ ਹੈ ਤੇ ਬੁੱਕ ਵੈਲਿਊ ਕੀ ਹੁੰਦਾ ਹੈ। ਓਰੀਜਨਲ ਕਾਸਟ ਐਗਜ਼ਾਮਪਲ ਦੇਖੋ, ਓਰੀਜਨਲ ਕਾਸਟ ਆਫ ਮਸ਼ੀਨ। ਓਰੀਜਨਲ ਕਾਸਟ ਨੂੰ ਤੁਸੀਂ ਕਹਿ ਸਕਦੇ ਹੋ ਉਹ ਪਰਚੇਸ ਪ੍ਰਾਈਸ ਜਿਹਦੇ ਉੱਤੇ ਤੁਸੀਂ ਉਸ ਐਸੈਟ ਨੂੰ ਖਰੀਦਿਆ ਹੈ, ਠੀਕ ਹੈ। ਓਰੀਜਨਲ ਕਾਸਟ ਕੀ ਹੈ? ਪਰਚੇਸ ਪ੍ਰਾਈਸ। ਓਰੀਜਨਲ ਕਾਸਟ ਹੈ ਸਾਡੇ ਕੋਲ ਪਰਚੇਸ ਪ੍ਰਾਈਸ ਆਫ ਐਨ ਐਸੈਟ, ਪਰਚੇਸ ਪ੍ਰਾਈਸ ਆਫ ਐਨ ਐਸੈਟ, ਠੀਕ ਹੈ। ਹੁਣ ਤੁਸੀਂ ਓਰੀਜਨਲ ਕਾਸਟ ਆਫ ਮਸ਼ੀਨ ਐਗਜ਼ਾਮਪਲ 5 ਲੱਖ ਕਿ ਤੁਸੀਂ 5 ਲੱਖ ਦੇ ਉੱਤੇ ਮਸ਼ੀਨਰੀ ਪਰਚੇਸ ਕੀਤੀ। ਡੈਪਰੀਸੀਏਸ਼ਨ ਰੇਟ ਹੈ 10%। ਹੁਣ ਤੁਸੀਂ ਡੈਪਰੀਸੀਏਸ਼ਨ ਅਮਾਊਂਟ ਨਿਕਾਲ ਲਓਗੇ, ਸਿੱਧਾ ਉਹਦੀ ਓਰੀਜਨਲ ਕਾਸਟ ਦੇ ਉੱਤੇ 10% ਲਗਾ ਦਿਓ, ਤੁਹਾਡੇ ਕੋਲ ਕੀ ਆਏਗਾ 50,000 ਡੈਪਰੀਸੀਏਸ਼ਨ ਅਮਾਊਂਟ ਆਏਗਾ। ਹੁਣ ਤੁਸੀਂ ਬੁੱਕ ਵੈਲਿਊ ਕਿੱਦਾਂ ਨਿਕਾਲਣੀ ਹੈ? ਬੁੱਕ ਵੈਲਿਊ ਨਿਕਾਲਣ ਵਾਸਤੇ ਤੁਹਾਨੂੰ ਓਰੀਜਨਲ ਕਾਸਟ ਦੇ ਵਿੱਚੋਂ ਡੈਪਰੀਸੀਏਸ਼ਨ ਮਾਈਨਸ ਕਰਨੀ ਪਏਗੀ। ਆ ਚੀਜ਼ ਨੋਟ ਕਰਨੀ ਹੈ ਤੁਸੀਂ ਕਿ ਬੁੱਕ ਵੈਲਿਊ ਨਿਕਾਲਣ ਵਾਸਤੇ ਸਾਨੂੰ ਓਰੀਜਨਲ ਕਾਸਟ 'ਚੋਂ ਡੈਪਰੀਸੀਏਸ਼ਨ ਮਾਈਨਸ ਕਰਨੀ ਪਏਗੀ, ਤਾਂ ਜਿਹੜਾ ਅਮਾਊਂਟ ਨਿਕਲ ਕੇ ਆਏਗਾ ਉਹ ਮੇਰੀ ਬੁੱਕ ਵੈਲਿਊ ਹੋਏਗੀ, ਠੀਕ ਹੈ। ਓਰੀਜਨਲ ਕਾਸਟ ਕੀ ਹੈ? ਜੋ ਮੈਂ ਜਿਸ ਕਾਸਟ ਦੇ ਉੱਤੇ ਮੈਂ ਮਸ਼ੀਨਰੀ ਨੂੰ ਪਰਚੇਸ ਕੀਤਾ, ਠੀਕ ਹੈ। ਉਸ ਤੋਂ ਬਾਅਦ ਉਹਦੇ ਉੱਤੇ ਜੋ ਮੈਂ ਡੈਪਰੀਸੀਏਸ਼ਨ ਲਗਾਈ, ਜੋ ਮੇਰੇ ਕੋਲ ਮਾਈਨਸ ਕਰਕੇ ਵੈਲਿਊ ਰਹਿ ਗਈ, ਜੋ ਮੈਂ ਹੁਣ ਬੁੱਕਸ ਆਫ ਅਕਾਊਂਟਸ ਦੇ ਵਿੱਚ ਸ਼ੋ ਕਰਨਾ ਹੈ, ਉਹ ਮੇਰੀ ਬੁੱਕ ਵੈਲਿਊ ਹੋ ਜਾਏਗੀ। ਹੁਣ ਮੇਰੀ ਓਰੀਜਨਲ ਕਾਸਟ ਸੀਗੀ 5 ਲੱਖ, ਉਹ 'ਚੋਂ 50,000 ਮਾਈਨਸ ਕਰੋਗੇ, ਤੁਹਾਡੇ ਕੋਲ ਜੋ 4,50,000 ਆਏਗਾ ਇਹ ਤੁਹਾਡੀ ਬੁੱਕ ਵੈਲਿਊ ਆਏਗੀ ਐਸੈਟ ਦੀ, ਠੀਕ ਹੈ। ਉਸ ਤੋਂ ਇਲਾਵਾ ਹੁਣ ਤੁਸੀਂ ਨੋਟ ਕਰਨਾ ਹੈ ਕਿ ਓਰੀਜਨਲ ਕਾਸਟ ਦੇ ਵਿੱਚ ਕੀ ਕਾਸਟ ਇਨਕਲੂਡ ਹੁੰਦੀ ਹੈ। ਕੱਲਾ ਓਰੀਜਨਲ ਕਾਸਟ ਸਿਰਫ ਪਰਚੇਸ ਪ੍ਰਾਈਸ ਨਹੀਂ ਹੁੰਦਾ, ਪਰ ਜੇ ਕੁਐਸਚਨ ਦੇ ਵਿੱਚ ਤੁਹਾਨੂੰ ਅਦਰ ਚਾਰਜਸ ਵੀ ਦਿੱਤੇ ਹੈ ਉਹਨੂੰ ਵੀ ਤੁਸੀਂ ਓਰੀਜਨਲ ਕਾਸਟ ਦੇ ਵਿੱਚ ਐਡ ਕਰੋਗੇ। ਹੁਣ ਦੇਖੋ ਓਰੀਜਨਲ ਕਾਸਟ ਦੇ ਵਿੱਚ ਕੀ ਇਨਕਲੂਡ ਹੋਏਗਾ। ਪਹਿਲਾਂ ਤਾਂ ਪਰਚੇਸ ਪ੍ਰਾਈਸ ਜੋ ਤੁਸੀਂ ਮਸ਼ੀਨਰੀ ਦਾ ਜਾਂ ਐਸੈਟ ਨੂੰ ਜਿਸ ਪ੍ਰਾਈਸ ਦੇ ਉੱਤੇ ਖਰੀਦਿਆ ਹੋਏਗਾ, ਠੀਕ ਹੈ, ਉਹ ਹੋ ਜਾਏਗਾ ਪਰਚੇਸ ਪ੍ਰਾਈਸ ਤੇ ਉਹ ਤੁਸੀਂ ਓਰੀਜਨਲ ਕਾਸਟ ਦੇ ਵਿੱਚ ਲਵੋਗੇ। ਉਸ ਤੋਂ ਇਲਾਵਾ ਟਰਾਂਸਪੋਰਟੇਸ਼ਨ ਚਾਰਜਸ ਜਿੰਨੇ ਹੋਗੇ, ਮਤਲਬ ਉਸ ਮਸ਼ੀਨਰੀ ਜਾਂ ਫਿਰ ਉਸ ਐਸੈਟ ਨੂੰ ਤੁਹਾਡੇ ਸਾਈਟ ਤੱਕ ਲੈ ਕੇ ਆਉਣ ਲਈ ਜਿੰਨੇ ਚਾਰਜਸ ਪਏ, ਠੀਕ ਹੈ, ਉਹ ਟਰਾਂਸਪੋਰਟੇਸ਼ਨ ਚਾਰਜਸ ਹੋ ਜਾਓਗੇ। ਫਿਰ ਤੁਸੀਂ ਲਓਗੇ ਇੰਸਟਾਲੇਸ਼ਨ ਚਾਰਜਸ,
ਕਿ ਉਸ ਨੂੰ ਅਸੈਂਬਲ ਕਰਕੇ ਤੁਹਾਡੀ ਸਾਈਟ ਦੇ ਉੱਤੇ ਇੰਸਟਾਲ ਕੀਤਾ ਗਿਆ, ਉਹਦਾ ਵੀ ਕੁਝ ਖਰਚਾ ਆਇਆ, ਉਹ ਵੀ ਤੁਸੀਂ ਉਹਦੀ ਓਰੀਜਨਲ ਕਾਸਟ ਦੇ ਵਿੱਚ ਐਡ ਕਰੋਗੇ। ਇੰਪੋਰਟ ਡਿਊਟੀਜ਼ ਇਫ ਐਪਲੀਕੇਬਲ, ਕਿ ਤੁਸੀਂ ਅਗਰ ਮਸ਼ੀਨਰੀ ਅਗਰ ਇੰਪੋਰਟ ਕਰਵਾਈ ਆ ਉਹਦੇ ਉੱਤੇ ਜਿੰਨੀ ਵੀ ਡਿਊਟੀਜ਼ ਵਗੈਰਾ ਪਈਆਂ ਉਹ ਵਾਲੀ ਚੀਜ਼ ਤੁਸੀਂ ਐਡ ਕਰੋਗੇ। ਐਨੀ ਟਰਾਇਲ ਰਨ ਕੋਸਟ, ਕਿ ਅਗਰ ਕੋਈ ਮੰਨ ਲਓ ਤੁਹਾਡਾ ਟਰਾਂਸਪੋਰਟੇਸ਼ਨ ਵਹੀਕਲ ਹੈ ਜੋ ਤੁਸੀਂ ਹੁਣ ਤੁਹਾਡਾ ਐਸੈਟ ਹੋ ਗਿਆ, ਜੋ ਤੁਸੀਂ ਪਰਚੇਜ਼ ਕਰਨਾ ਆਪਣੇ ਸੈਲਿੰਗ ਐਂਡ ਡਿਸਟ੍ਰੀਬਿਊਸ਼ਨ ਸਰਵਿਸ ਵਾਸਤੇ। ਹੁਣ ਤੁਸੀਂ ਪਹਿਲਾਂ ਉਹਨੂੰ ਚਲਾ ਕੇ ਦੇਖੋਗੇ, ਹੈ ਨਾ, ਕਿ ਉਹ ਔਨ ਰੋਡ ਸਹੀ ਚੱਲਦਾ ਪਿਆ ਜਾਂ ਨਹੀਂ ਚੱਲ ਰਿਹਾ। ਚਾਹੇ ਭਾਵੇਂ ਇੱਕ ਮਸ਼ੀਨਰੀ ਹੈ, ਤੁਸੀਂ ਉਹਦਾ ਟਰਾਇਲ ਤਾਂ ਲਵੋਗੇ ਨਾ ਕਿ ਇਹ ਕਿੱਦਾਂ ਚੱਲੇਗੀ, ਓਪਰੇਟ ਕਿੱਦਾਂ ਹੋਏਗੀ, ਇਹ ਸਭ ਚੀਜ਼ਾਂ। ਅਤੇ ਉਹ ਵਾਲੇ ਜਿੰਨੇ ਵੀ ਚਾਰਜਿਸ ਆ ਉਹ ਵੀ ਸਾਡੇ ਓਰੀਜਨਲ ਕਾਸਟ ਦੇ ਵਿੱਚ ਐਡ ਹੋ ਜਾਓਗੇ। ਉਸ ਤੋਂ ਇਲਾਵਾ ਅਦਰ ਚਾਰਜਿਸ ਜਿੰਨੇ ਵੀ ਮੇਰੇ ਪਏ ਹੈ ਉਸ ਮਸ਼ੀਨਰੀ ਨੂੰ ਜਾਂ ਉਸ ਐਸੈਟ ਨੂੰ ਯੂਜ਼ ਵਿੱਚ ਲੈ ਕੇ ਆਉਣ ਲਈ, ਠੀਕ ਹੈ, ਯੂਜ਼ ਦੇ ਵਿੱਚ ਲੈ ਕੇ ਆਉਣ ਲਈ ਜੋ ਉਸ ਐਸੈਟ ਦੇ ਉੱਤੇ ਖਰਚੇ ਹੋਏ ਆ ਉਹ ਵੀ ਤੁਸੀਂ ਐਡ ਕਰੋਗੇ। ਹੁਣ ਤੁਸੀਂ ਯਾਦ ਰੱਖਣਾ ਹੈ ਓਰੀਜਨਲ ਕਾਸਟ ਦੇ ਵਿੱਚ ਇਕੱਲਾ ਪਰਚੇਸ ਪ੍ਰਾਈਸ ਨਹੀਂ, ਬਾਕੀ ਦੇ ਜਿਹੜੇ ਵੀ ਐਕਸਪੈਂਸਿਸ ਹੈ ਲਾਈਕ ਇੰਸਟਾਲੇਸ਼ਨ ਚਾਰਜਿਸ, ਵੈਰੀ ਇੰਪੋਰਟੈਂਟ, ਇਹੀ ਟਰਮ ਜ਼ਿਆਦਾਤਰ ਲਿਖੀ ਹੁੰਦੀ ਹੈ, ਠੀਕ ਹੈ। ਟਰਾਂਸਪੋਰਟੇਸ਼ਨ ਚਾਰਜਿਸ, ਇਹ ਤੁਸੀਂ ਯਾਦ ਰੱਖਣਾ ਹੈ, ਇਹਨੂੰ ਵੀ ਤੁਸੀਂ ਆਪਣੀ ਪਰਚੇਸ ਪ੍ਰਾਈਸ ਦੇ ਵਿੱਚ ਸਾਰਿਆਂ ਨੂੰ ਐਡ ਕਰਕੇ ਉਹਦੀ ਓਰੀਜਨਲ ਕਾਸਟ ਨਿਕਾਲੋਗੇ। ਇੱਕ ਐਗਜ਼ਾਮਪਲ ਦੇ ਨਾਲ ਸਮਝਦੇ ਹਾਂ ਜਿਹਦੇ ਨਾਲ ਤੁਹਾਨੂੰ ਜ਼ਿਆਦਾ ਕਲੀਅਰ ਹੋ ਜਾਏਗਾ। ਐਗਜ਼ਾਮਪਲ ਦੇਖੋ, ਯੂ ਬਾਏ ਅ ਮਸ਼ੀਨ ਵਿਦ ਦ ਫੋਲੋਇੰਗ ਕਾਸਟ, ਤੁਸੀਂ ਮਸ਼ੀਨ ਨੂੰ ਬਾਏ ਕੀਤਾ ਹੈ ਫੋਲੋਇੰਗ ਕਾਸਟ। ਹੁਣ ਹੋ ਸਕਦਾ ਐਗਜ਼ਾਮ ਦੇ ਵਿੱਚ ਆ ਫੋਲੋਇੰਗ ਕਾਸਟ ਨਾ ਲਿਖਿਆ ਹੋਇਆ, ਠੀਕ ਹੈ, ਸਿੱਧਾ ਲਿਖਿਆ ਹੋਇਆ ਯੂ ਬਾਏ ਅ ਮਸ਼ੀਨ ਵਿਦ ਦ ਪਰਚੇਜ਼ ਪ੍ਰਾਈਸ ਦਿਸ, ਟਰਾਂਸਪੋਰਟੇਸ਼ਨ ਚਾਰਜਿਸ ਦਿਸ, ਇੰਸਟਾਲੇਸ਼ਨ ਚਾਰਜਿਸ ਦਿਸ, ਟਰਾਇਲ ਐਂਡ ਰਨ ਚਾਰਜਿਸ ਦਿਸ। ਤਾਂ ਤੁਸੀਂ ਉਹਦੀ ਓਰੀਜਨਲ ਕਾਸਟ ਨਿਕਾਲ ਲੋਗੇ, ਤਾਂ ਹੀ ਤਾਂ ਤੁਸੀਂ ਡੈਪਰੀਸੀਏਸ਼ਨ ਲਗਾਓਗੇ। ਹੁਣ ਕੁਛ ਬੱਚੇ ਕਨਫਿਊਜ਼ ਹੋ ਕੇ ਸਿਰਫ ਉਹਦੇ ਪਰਚੇਜ਼ ਪ੍ਰਾਈਸ ਦੇ ਉੱਤੇ ਡੈਪਰੀਸੀਏਸ਼ਨ ਲਗਾ ਦੋਗੇ ਅਤੇ ਇਹਦੇ ਨਾਲ ਉਹਨਾਂ ਦਾ ਕੁਐਸਚਨ ਹੋ ਜਾਏਗਾ ਗਲਤ। ਜੇ ਤਾਂ ਐਗਜ਼ਾਮੀਨਰ ਨੇ ਕੁਐਸਚਨ ਨੂੰ ਡਿਫੀਕਲਟ ਬਣਾਉਣਾ ਹੋਇਆ ਤਾਂ ਉਹ ਤੁਹਾਨੂੰ ਟਰਾਂਸਪੋਰਟੇਸ਼ਨ ਚਾਰਜਿਸ, ਇੰਸਟਾਲੇਸ਼ਨ, ਇਹ ਚਾਰਜਿਸ, ਇਹ ਸਭ ਚੀਜ਼ਾਂ ਨਾਲ ਦੋਗੇ ਤਾਂ ਕਿ ਬੱਚੇ ਕਨਫਿਊਜ਼ ਹੋਣ। ਐਗਜ਼ਾਮ ਦੇ ਪ੍ਰੈਸ਼ਰ ਦੇ ਵਿੱਚ ਆਲਰੇਡੀ ਬੱਚੇ ਕਨਫਿਊਜ਼ ਹੋਏ ਬੈਠੇ ਹੁੰਦੇ, ਤਾਂ ਹੋਰ ਜ਼ਿਆਦਾ ਕਨਫਿਊਜ਼ ਹੋਣ ਵਾਸਤੇ ਉਹ ਇਹ ਸਭ ਚੀਜ਼ਾਂ ਪਾਉਣਗੇ ਜਿਹਦੇ ਨਾਲ ਤੁਸੀਂ ਆਪਣਾ ਕੁਐਸਚਨ ਗਲਤ ਕਰ ਦੋਗੇ। ਤਾਂ ਇਹ ਚੀਜ਼ ਯਾਦ ਰੱਖਣੀ ਹੈ ਤੁਸੀਂ, ਪਰਚੇਜ਼ ਪ੍ਰਾਈਸ ਦੇ ਵਿੱਚ ਜਿੰਨੇ ਵੀ ਐਕਸਟਰਾ ਚਾਰਜਿਸ ਆ ਉਹਨੂੰ ਤੁਸੀਂ ਐਡ ਕਰੋਗੇ। ਹੁਣ ਓਰੀਜਨਲ ਕਾਸਟ ਕਿੱਦਾਂ ਨਿਕਲ ਕੇ ਆਏਗੀ ਮੇਰੀ, ਓਰੀਜਨਲ ਕਾਸਟ ਕਿੱਦਾਂ ਨਿਕਲ ਕੇ ਆਏਗੀ, ਜਿੰਨੇ ਵੀ ਮੇਰੇ ਚਾਰਜਿਸ ਹੈ, ਪਹਿਲਾ ਪਰਚੇਜ਼ ਪ੍ਰਾਈਸ, ਫਿਰ ਉਹਦੇ ਉੱਤੇ ਜਿੰਨਾ ਵੀ ਟਰਾਂਸਪੋਰਟੇਸ਼ਨ ਚਾਰਜਿਸ ਹੈ, ਫਿਰ ਉਹਦੇ ਉੱਤੇ ਇੰਸਟਾਲੇਸ਼ਨ ਚਾਰਜਿਸ ਹੈ, ਫਿਰ ਉਹਦੇ ਉੱਤੇ ਟਰਾਇਲ ਰਨ ਚਾਰਜਿਸ ਹੈ, ਇਹਨੂੰ ਤੁਸੀਂ ਐਡ ਕਰੋਗੇ ਜੋ ਤੁਹਾਡੀ ਕਾਸਟ ਨਿਕਲ ਕੇ ਆਏਗੀ। ਹੁਣ ਮੇਰੇ ਕੋਲ ਆਇਆ 4,18,000। ਹੁਣ ਤੁਸੀਂ ਇਸ ਅਮਾਊਂਟ ਨੂੰ, ਨਾਓ ਦਿਸ ਅਮਾਊਂਟ ਇਜ਼ ਯੂਜ਼ ਟੂ ਕੈਲਕੂਲੇਟ ਡੈਪਰੀਸੀਏਸ਼ਨ, ਤੁਸੀਂ ਇਸ ਅਮਾਊਂਟ ਨੂੰ ਯੂਜ਼ ਕਰੋਗੇ ਕੈਲਕੂਲੇਟ ਕਰਨ ਵਾਸਤੇ ਡੈਪਰੀਸੀਏਸ਼ਨ, ਨਾ ਕਿ ਸਿਰਫ 4 ਲੱਖ ਨੂੰ। ਹੋਪ ਤੁਹਾਨੂੰ ਸਾਰਿਆਂ ਨੂੰ ਇਹ ਚੀਜ਼ ਕਲੀਅਰ ਹੈ, ਠੀਕ ਹੈ। ਇੰਪੋਰਟੈਂਟ ਪੁਆਇੰਟ ਸੀ, ਕੱਲ੍ਹ ਵਾਲੀ ਕਲਾਸ ਦੇ ਵਿੱਚ ਦੱਸਣੇ ਰਹਿ ਗਏ ਸੀ, ਤਾਂ ਕਰਕੇ ਮੈਂ ਅੱਜ ਰਿਟਨ ਡਾਊਨ ਵੈਲਿਊ ਮੈਥਡ ਦੇ ਵਿੱਚ ਐਡ ਕੀਤਾ ਇਹਨੂੰ। ਹੁਣ ਇੱਕ ਨੂਮੈਰੀਕਲ ਆਪਾਂ ਕਰਨਾ ਹੈ ਕਿ ਆਪਾਂ ਕੈਲਕੂਲੇਟ ਕਿੱਦਾਂ ਕਰਨਾ ਹੈ ਪ੍ਰੋਫਿਟ ਔਰ ਲੋਸ ਔਨ ਦਾ ਸੇਲ ਆਫ ਫਿਕਸਡ ਐਸੈਟ, ਠੀਕ ਹੈ। ਜਦੋਂ ਮੈਂ ਅਕਾਊਂਟਿੰਗ ਟ੍ਰੀਟਮੈਂਟ ਕਰਾਇਆ ਸੀ ਉਹਦੇ ਵਿੱਚ ਮੈਂ 2 ਐਂਟਰੀਜ਼ ਕਰਵਾਈ ਸੀ, ਅਗਰ ਤੁਸੀਂ ਕੱਲ੍ਹ ਵਾਲਾ ਲੈਕਚਰ ਦੇਖਿਆ ਹੋਏ। ਇੱਕ ਐਂਟਰੀ ਸੀਗੀ ਪ੍ਰੋਫਿਟ ਔਨ ਸੇਲ ਆਫ ਐਸੈਟ, ਇੱਕ ਐਂਟਰੀ ਸੀਗੀ ਲੋਸ ਔਨ ਸੇਲ ਆਫ ਐਸੈਟ। ਤਾਂ ਹੁਣ ਐਂਟਰੀ ਤਾਂ ਸਾਨੂੰ ਪਤਾ ਲੱਗ ਗਈ ਕਿ ਪ੍ਰੋਫਿਟ ਔਨ ਸੇਲ ਆਫ ਐਸੈਟ ਦੀ ਕਿਹੜੀ ਐਂਟਰੀ ਪਾਣੀ ਹੈ ਅਤੇ ਲੋਸ ਔਨ ਸੇਲ ਆਫ ਐਸੈਟ ਦੀ ਕਿਹੜੀ ਐਂਟਰੀ ਪਾਣੀ, ਪਰ ਆਹ ਪ੍ਰੋਫਿਟ ਔਰ ਲੋਸ ਕੈਲਕੂਲੇਟ ਕਿੱਦਾਂ ਕਰਨਾ ਹੈ, ਜੇ ਇਹਦੇ ਉੱਤੇ ਨੂਮੈਰੀਕਲ ਆ ਗਿਆ ਤੁਸੀਂ ਇਹਨੂੰ ਅਟੈਂਪਟ ਕਿੱਦਾਂ ਕਰਨਾ ਹੈ ਉਹ ਚੀਜ਼ ਪਹਿਲਾਂ ਸਮਝੋ। ਹੁਣ ਦੇਖੋ ਐਗਜ਼ਾਮਪਲ ਲੈਂਦੇ ਹਾਂ ਆਪਾਂ, ਓਰੀਜਨਲ ਕਾਸਟ ਹੈ ਮੇਰੇ ਕੋਲ ਮਸ਼ੀਨਰੀ ਦੀ 5 ਲੱਖ, ਠੀਕ ਹੈ, ਉਹਦੀ ਸਕ੍ਰੈਪ ਵੈਲਿਊ ਹੈ 50,000, ਉਹਦੀ ਯੂਜ਼ਫੁਲ ਲਾਈਫ ਹੈ 5, ਉਹਦੇ ਡੈਪਰੀਸੀਏਸ਼ਨ ਮੈਥਡ ਉਹਨਾਂ ਨੇ ਦਿੱਤਾ ਹੈ SLM ਮੀਨਸ ਸਟ੍ਰੇਟ ਲਾਈਨ ਮੈਥਡ, ਠੀਕ ਹੈ। ਹੁਣ ਕਹਿ ਰਹੇ ਆ ਐਡੀਸ਼ਨਲ ਇਨਫੋਰਮੇਸ਼ਨ ਦੇਖੋ, ਮਸ਼ੀਨਰੀ ਸੋਲਡ ਕੀਤੀ ਗਈ ਹੈ ਐਟ ਦਾ ਐਂਡ ਆਫ 3rd ਈਅਰ, ਤੀਜੇ ਸਾਲ ਦੇ ਐਂਡ 'ਤੇ ਉਹਨੂੰ ਵੇਚ ਦਿੱਤਾ ਗਿਆ ਮਸ਼ੀਨਰੀ ਨੂੰ। ਉਸ ਮਸ਼ੀਨਰੀ ਨੂੰ ਕਿੰਨੇ ਦੇ ਵੇਚਿਆ ਹੈ, 2,20,000 'ਤੇ। ਆ ਜਿਹੜਾ 2,20,000 ਦਿੱਤਾ ਹੈ ਇਹ ਤੁਹਾਨੂੰ ਸੇਲ ਪ੍ਰਾਈਸ ਦਿੱਤਾ, ਠੀਕ ਹੈ। ਇਸ ਪ੍ਰਾਈਸ ਦੇ ਉੱਤੇ ਉਸ ਮਸ਼ੀਨਰੀ ਨੂੰ ਤੁਸੀਂ ਵੇਚਿਆ, ਪਰ ਇਹ ਚੀਜ਼ ਯਾਦ ਰੱਖਣਾ ਕਿਸ ਈਅਰ ਦੇ ਐਂਡ 'ਤੇ ਵੇਚਿਆ, 3rd ਈਅਰ ਦੇ ਐਂਡ ਦੇ ਵਿੱਚ। ਹੁਣ ਜਦੋਂ ਮੈਂ ਕੈਲਕੂਲੇਸ਼ਨ ਵੀ ਤੁਹਾਨੂੰ ਕੁਐਸਚਨ ਲੈਂਦੇ ਹੀ ਲੱਗੇਗਾ, ਬਟ ਕੁਐਸਚਨ ਬਹੁਤ ਜ਼ਿਆਦਾ ਛੋਟਾ ਹੈ ਤਾਂ ਨੂਮੈਰੀਕਲ ਦੇ ਵਿੱਚ ਆ ਸਕਦਾ ਹੈ। ਹੁਣ ਦੇਖੋ ਸਭ ਤੋਂ ਪਹਿਲਾ ਪੁਆਇੰਟ ਤੁਸੀਂ ਕੀ ਨਿਕਾਲਣਾ ਹੈ, ਐਨੂਅਲ ਡੈਪਰੀਸੀਏਸ਼ਨ। ਐਨੂਅਲ ਡੈਪਰੀਸੀਏਸ਼ਨ ਦਾ ਫਾਰਮੂਲਾ ਆਪਾਂ ਕੱਲ੍ਹ ਕੀਤਾ ਸੀ, ਓਰੀਜਨਲ ਕਾਸਟ ਮਾਈਨਸ ਸਕ੍ਰੈਪ ਵੈਲਿਊ ਓਵਰ ਐਸਟੀਮੇਟਿਡ ਲਾਈਫ, ਠੀਕ ਹੈ। ਓਰੀਜਨਲ ਕਾਸਟ ਮੈਨੂੰ ਗਿਵਨ ਹੈ 5 ਲੱਖ, ਉਹਦੇ ਵਿੱਚੋਂ ਤੁਸੀਂ 50,000 ਉਹਦੀ ਸਕ੍ਰੈਪ ਵੈਲਿਊ ਨੂੰ ਮਾਈਨਸ ਕਰ ਦੋਗੇ। ਆ ਦੇਖੋ 50,000 ਉਹਦੀ ਸਕ੍ਰੈਪ ਵੈਲਿਊ ਗਿਵਨ ਹੈ। ਉਸ ਤੋਂ ਬਾਅਦ ਜਦੋਂ ਤੁਸੀਂ ਇਹਨੂੰ ਮਾਈਨਸ ਕਰੋਗੇ ਤੁਹਾਡੇ ਕੋਲ ਆਏਗਾ 4,50,000, ਹੈ ਨਾ, 4,50,000 ਆਏਗਾ। ਫਿਰ ਉਹਦੀ ਐਸਟੀਮੇਟਿਡ ਲਾਈਫ ਕਿੰਨੀ ਹੈ ਐਸੈਟ ਦੀ, 5 ਈਅਰਸ, ਠੀਕ ਹੈ। ਤਾਂ ਇਹਨੂੰ 5 ਨਾਲ ਡਿਵਾਈਡ ਕਰ ਦੋਗੇ, 5 1 5, 5 9 5
45 और पिछे 40 और 40 तुसी एज इट इज़ ही लगा दोगे तो तुहाडे कोल डेप्रीसीएशन अमाउंट कितना आएगा 90,000। उस तो बाद देखो ਆਪਾਂ ਡੈਪਰੀਸੀਏਸ਼ਨ ਕੈਲਕੂਲੇਟ ਕਰਨੀ ਹੈ 3 ਸਾਲਾਂ ਦੀ ਕਿਉਂਕਿ 3rd ਈਅਰ ਦੇ ਵਿੱਚ ਆ ਕੇ ਉਹਨਾਂ ਨੇ ਉਹਨੂੰ ਸੇਲ ਕਰ ਦਿੱਤਾ 3rd ਈਅਰ ਦੇ ਵਿੱਚ ਆ ਕੇ ਤਾਂ ਤੁਹਾਨੂੰ ਸਿਰਫ 3 ਸਾਲ ਦੀ ਕੈਲਕੂਲੇਟ ਕਰਨੀ ਪਏਗੀ। ਪਰ ਕੁਐਸਚਨ ਤੁਸੀਂ ਤੁਹਾਡੇ ਮਾਈਂਡ ਦੇ ਵਿੱਚ ਆ ਸਕਦਾ ਕਿ ਆਪਾਂ 5 ਸਾਲ ਦੀ ਕਿਉਂ ਨਹੀਂ ਕੈਲਕੂਲੇਟ ਕੀਤੀ, ਯੂਸਫੁਲ ਲਾਈਫ ਤਾਂ 5 ਸਾਲ ਦੀ ਗਿਵਨ ਹੈ ਕਿਉਂਕਿ ਉਹਨਾਂ ਨੇ 3rd ਈਅਰ ਦੇ ਵਿੱਚ ਉਹਨੂੰ ਸੇਲ ਕਰ ਦਿੱਤਾ। ਜਦ ਉਸ ਚੀਜ਼ ਨੂੰ ਸੇਲ ਕਰ ਦਿੱਤਾ ਤੁਹਾਡੇ ਕੋਲ ਹੁਣ ਉਹ ਐਸੈਟ ਹੈ ਹੀ ਨਹੀਂ ਤਾਂ ਤੁਸੀਂ ਉਸਦੇ ਐਕਸਟਰਾ 2 ਸਾਲ ਦੀ ਡੈਪਰੀਸੀਏਸ਼ਨ ਕਿਵੇਂ ਲਗਾ ਸਕਦੇ ਹੋ? ਤੁਸੀਂ ਉਹਦੇ 'ਤੇ ਐਕਸਟਰਾ 2 ਸਾਲ ਦੀ ਡੈਪਰੀਸੀਏਸ਼ਨ ਕੈਲਕੂਲੇਟ ਕਰਨੀ ਹੀ ਨਹੀਂ ਹੈ। ਜਿਸ ਈਅਰ ਦੇ ਵਿੱਚ ਉਹਨੂੰ ਸੇਲ ਕਰ ਦਿੱਤਾ ਬਸ ਉੱਥੇ ਤੱਕ ਦੀ ਡੈਪਰੀਸੀਏਸ਼ਨ ਕੈਲਕੂਲੇਟ ਕਰਨੀ ਹੈ। ਹੁਣ ਦੇਖੋ ਡੈਪਰੀਸੀਏਸ਼ਨ ਫॉर द 3 ईयर्स ਕਿੱਦਾਂ ਨਿਕਾਲੋਗੇ? 1 ਸਾਲ ਦੀ ਡੈਪਰੀਸੀਏਸ਼ਨ ਕਿੰਨੀ ਹੈ 90,000 ਤਾਂ 3 ਸਾਲ ਦੀ ਕਿੰਨੀ ਆ ਜਾਏਗੀ 3 ਨਾਲ ਮਲਟੀਪਲਾਈ ਕਰਕੇ 2,70,000। ਹੁਣ ਇਹਦਾ ਅਲਟਰਨੇਟ ਕੇਸ ਕੀ ਹੈ ਕਿ ਪਹਿਲੇ ਸਾਲ ਦੀ ਡੈਪਰੀਸੀਏਸ਼ਨ ਆਈ 90,000, ਸੈਕਿੰਡ ਸਾਲ ਦੀ ਆਈ 90,000, ਥਰਡ ਸਾਲ ਦੀ ਆਈ 90,000। 90,000 90,000 90,000 ਕਿਉਂ ਆਈ? ਕਿਉਂਕਿ ਸਾਨੂੰ ਪਤਾ ਹੈ ਸਟ੍ਰੇਟ ਲਾਈਨ ਮੈਥਡ ਦੇ ਵਿੱਚ ਫਿਕਸਡ ਅਮਾਊਂਟ ਆਫ ਡੈਪਰੀਸੀਏਸ਼ਨ ਲੱਗਦਾ ਹੈ। ਫਿਕਸਡ ਅਮਾਊਂਟ ਆਫ ਡੈਪਰੀਸੀਏਸ਼ਨ ਹਰ ਸਾਲ ਐਵਰੀ ਈਅਰ। इस करके तुसी फर्स्ट ईयर भी 90,000, सैकेंड ईयर भी 90,000 और थर्ड ईयर भी 90,000 जो तुसी तीनों का टोटल करोगे तो भी थोड़े को 2,70,000 आएगा। तो ईजी है कि जिन्ने साल की डेप्रीसीएशन लगानी है उस ईयर नाल मल्टीप्लाई कर दो। ये चीज़ मैं कल दसी सी एडवांटेजेस वाले पॉइंट के विच। उस तो बाद हुण बुक वैल्यू निकालनी पेगी तुहानूं। अगर तुसी जदों भी क्वेश्चन दे विच प्रॉफिट या फिर लोस पूछा जाए मशीनरी का तो ਉਹਦੇ ਲਈ ਤੁਹਾਨੂੰ ਕੀ ਚਾਹੀਦਾ ਹੋਏਗਾ? ਬੁੱਕ ਵੈਲਿਊ ਚਾਹੀਦੀ ਹੋਏਗੀ। ਠੀਕ ਹੈ, ਬੁੱਕ ਵੈਲਿਊ ਕਦੋਂ ਚਾਹੀਦੀ ਹੋਏਗੀ? ਜਿਸ ਈਅਰ ਦੇ ਵਿੱਚ ਉਹਨੂੰ ਸੇਲ ਕੀਤਾ। ਬੁੱਕ ਵੈਲਿਊ ਐਟ ਦਾ ਐਂਡ ਆਫ 3rd ਈਅਰ, 3rd ਈਅਰ ਦੇ ਵਿੱਚ ਸੇਲ ਕੀਤਾ। ਬੁੱਕ ਵੈਲਿਊ ਦਾ ਫਾਰਮੂਲਾ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ, ਓਰੀਜਨਲ ਕਾਸਟ ਮਾਈਨਸ ਡੈਪਰੀਸੀਏਸ਼ਨ। ਹੁਣ ਦੇਖੋ ਮਸ਼ੀਨਰੀ ਦੀ ਓਰੀਜਨਲ ਕਾਸਟ ਕਿੰਨੀ ਸੀਗੀ? 5 ਲੱਖ। 5 ਲੱਖ ਓਰੀਜਨਲ ਕਾਸਟ ਸੀਗੀ। 5 ਲੱਖ ਦੇ ਵਿੱਚੋਂ ਡੈਪਰੀਸੀਏਸ਼ਨ ਨੂੰ ਮਾਈਨਸ ਕਰਨਾ ਹੈ। ਹੁਣ 5 ਲੱਖ ਮਾਈਨਸ 2,70,000 ਕਿਉਂ? ਕਿਉਂਕਿ ਟੋਟਲ ਡੈਪਰੀਸੀਏਸ਼ਨ ਕਿੰਨੀ ਆ ਰਹੀ ਹੈ 3 ਸਾਲਾਂ ਦੀ? 2,70,000 ਕਰੋਗੇ ਤੁਹਾਡੇ ਕੋਲ ਆਏਗਾ 2,30,000। ਹੁਣ ਜਿਹੜਾ 2,30,000 ਆਇਆ ਇਹ ਤੁਹਾਡਾ ਕੀ ਹੈ? ਬੁੱਕ ਵੈਲਿਊ। ठीक है, हुण तुसी कैलकुलेट करना है प्रॉफिट या लॉस। उस तो पहला तुहानूं पता होना चाहिए सेल प्राइस कितना है। ये क्वेश्चन दे विच दिता जाएगा। सेल प्राइस कितना है? 2,20,000 क्वेश्चन दे विच दिता गया है। हुण तुसी आ पॉइंट नूं बिल्कुल माइंड दे विच फिट कर लो। अगर मेरा सेल प्राइस ग्रेटर दैन है बुक वैल्यू तो, अगर मेरा सेल प्राइस ग्रेटर दैन है बुक वैल्यू तो तुहानूं की होएगा? प्रॉफिट। ठीक है, अगर मेरा सेल प्राइस लैस दैन है बुक वैल्यू तो तुहानूं की होएगा? लॉस। हुण देखो सब तो पहला रखना की है सेल्स वैल्यू, ਉਹਦੇ ਵਿੱਚੋਂ माइनस करनी है बुक वैल्यू। सेल्स वैल्यू पहला रखनी है, माइनस करनी है बुक वैल्यू। सेल वैल्यू कितनी है? 2,20,000 ਦੀ। ਜਦੋਂ ਤੁਸੀਂ 2,20,000 ਦੇ ਵਿੱਚੋਂ 2,30,000 माइनस करोगे तो ਤੁਹਾਡਾ आंसर नैगेटिव ਦੇ ਵਿੱਚ ਆਏਗਾ। नैगेटिव ਦੇ ਵਿੱਚ ਆਇਆ 10,000। ਤਾਂ ਜਦੋਂ ਤੁਹਾਡਾ आंसर नैगेटिव ਦੇ ਵਿੱਚ ਆਵੇ ਤਾਂ ਇਟ ਮੀਨਸ ਉੱਥੇ ਕੀ ਹੋ ਰਿਹਾ? ਸਾਨੂੰ लॉस हो ਰਿਹਾ। ठीक है, लॉस हो रहा। अगर थोड़ा आंसर पॉजिटिव ਦੇ ਵਿੱਚ ਆਏ ਤਾਂ ਇਟ ਮੀਨਸ ਉੱਥੇ ਸਾਨੂੰ प्रॉफिट हो रहा है। ਇਹ ਚੀਜ਼ नोट कर लेना। ਇੱਥੇ लिख ਦਿੰਦੀ ਹਾਂ मैं कि अगर सेल्स वैल्यू माइनस बुक वैल्यू, इक्वेशन इदा ही रखनी है। बुक वैल्यू पहला नहीं रखनी, सेल्स वैल्यू पहला रखनी है। ਉਹਦੇ ਵਿੱਚੋਂ बुक वैल्यू माइनस करोगे। इफ ਤੁਹਾਡਾ आंसर नैगेटिव ਦੇ ਵਿੱਚ आ रहा है ਤਾਂ ਉਹ लॉस है। अगर ਤੁਹਾਡਾ आंसर पॉजिटिव ਦੇ ਵਿੱਚ आ रहा है दैन ਉੱਥੇ ਤੁਹਾਨੂੰ प्रॉफिट है। ठीक है, ਹੁਣ ਤੁਹਾਨੂੰ यही कैलकुलेट करना से प्रॉफिट है या लॉस। तो तुसी कैलकुलेट कर दिता कि उस मशीनरी नूं बेचण ते तुहानूं की होया है? लॉस होया है 10,000 का। ठीक है, आई होप तुहानूं ये क्वेश्चन क्लीयर है कि अगर तुहाडे को पूछ लिता जाए प्रॉफिट और लॉस किद्दां निकालना है या प्रॉफिट और लॉस की की वैल्यू है तो तुसी इस चीज़ नूं निकाल सकते हो। बस तुसी सिंपल ये चीज़ ध्यान दे विच रखनी है। बुक वैल्यू निकालने वास्ते सानूं की करना पेगा? ओरिजिनल कॉस्ट माइनस डेप्रीसीएशन। फिर अगर तुसी लॉस और प्रॉफिट निकालना है तो तुहानूं ये इक्वेशन याद रखनी है सेल्स वैल्यू माइनस बुक वैल्यू। तो जे आंसर नैगेटिव दे विच आएगा तो इट मीनस उत्थे लॉस हो रहा है, जे आंसर पॉजिटिव दे विच आएगा इट मीनस उत्थे प्रॉफिट हो रहा है। होप तुहानूं ये क्वेश्चन क्लीयर है। हुण नैक्सट आंदा साडे कोल WDV।
WDV ਦੇ ਬਾਰੇ ਆਪਾਂ ਹੁਣ ਕੁਝ ਇੰਪੋਰਟੈਂਟ ਗੱਲਾਂ ਨੂੰ ਡਿਸਕਸ ਕਰਨਾ ਹੈ, ਫਿਰ ਆਪਾਂ ਨੂਮੈਰੀਕਲ ਵੀ ਦੇਖਾਂਗੇ। ਸਭ ਤੋਂ ਪਹਿਲਾਂ ਹੈ ਸਾਡੇ ਕੋਲ ਨਾਓ ਅਕੋਰਡਿੰਗ ਟੂ WDV ਮੈਥਡ ਵੈਲਿਊ ਆਫ ਐਸੇਟ ਗੋਜ਼ ਔਨ ਡਿਮਿਨਿਸ਼ਿੰਗ ਈਅਰ ਆਫਟਰ ਈਅਰ। ਜਿਹੜਾ ਮੇਰੀ ਐਸੇਟ ਦੀ ਵੈਲਿਊ ਹੈ ਨਾ ਉਹ ਕੀ ਹੁੰਦੀ ਰਹੇਗੀ, ਡਿਮਿਨਿਸ਼ ਹੁੰਦੀ ਰਹੇਗੀ, ਡਿਕਲਾਈਨ ਹੁੰਦੀ ਰਹੇਗੀ, ਇਸ ਕਰਕੇ ਇਹਨੂੰ ਰਿਟਨ ਡਾਊਨ ਵੈਲਿਊ ਮੈਥਡ ਕਿਹਾ ਜਾਂਦਾ ਹੈ। ਸੈਕਿੰਡ ਪੁਆਇੰਟ ਹੈ ਦ ਅਮਾਊਂਟ ਆਫ ਡੈਪਰੀਸੀਏਸ਼ਨ ਚਾਰਜ ਐਵਰੀ ਈਅਰ ਆਲਸੋ ਗੋਜ਼ ਔਨ ਡਿਕਲਾਈਨਿੰਗ। ਜਿਹੜਾ ਅਮਾਊਂਟ ਆਫ ਡੈਪਰੀਸੀਏਸ਼ਨ ਹੈ ਨਾ ਉਹ ਵੀ ਹਰ ਸਾਲ ਡਿਕਲਾਈਨ ਹੁੰਦਾ ਜਾਏਗਾ, ਰਿਡਿਊਸ ਹੁੰਦਾ ਜਾਏਗਾ। ਇਹ ਪੁਆਇੰਟ ਐਗਜ਼ਾਮਪਲ ਨਾਲ ਜ਼ਿਆਦਾ ਕਲੀਅਰ ਹੋਊਗੇ। ਪਹਿਲਾ ਪੁਆਇੰਟ ਕੀ ਹੈ ਕਿ ਜਦੋਂ ਵੈਲਿਊ ਆਫ ਐਸੇਟ ਰਿਟਨ ਡਾਊਨ ਵੈਲਿਊ ਦੇ ਅਕੋਰਡਿੰਗ ਡਿਮਿਨਿਸ਼ ਹੁੰਦੀ ਜਾਏਗੀ। ਜੇ ਮੇਰੀ ਵੈਲਿਊ ਆਫ ਐਸੇਟ 5 ਲੱਖ ਹੈ ਨਾ ਤਾਂ ਉਹ ਜਦੋਂ ਮੈਂ 3 ਸਾਲ ਪਹਿਲੇ ਸਾਲ ਦੀ ਡੈਪਰੀਸੀਏਸ਼ਨ ਲਗਾਈ, ਦੂਜੇ ਸਾਲ ਦੀ ਲਗਾਈ, ਤੀਜੇ ਸਾਲ ਦੀ ਲਗਾਈ, ਉਹ ਹਮੇਸ਼ਾ ਰਿਡਿਊਸ ਹੁੰਦੀ ਜਾਏਗੀ, ਠੀਕ ਹੈ, ਵੈਲਿਊ ਆਫ ਐਸੇਟ। ਪਰ ਸਟ੍ਰੇਟ ਲਾਈਨ ਦੇ ਵਿੱਚ ਇੱਦਾਂ ਨਹੀਂ ਹੁੰਦਾ ਸੀ। ਉਹ 5 ਲੱਖ ਸੀਗੀ ਤਾਂ 5 ਲੱਖ ਦੇ ਉੱਤੇ ਹੀ ਬਾਰ-ਬਾਰ ਡੈਪਰੀਸੀਏਸ਼ਨ ਲੱਗ ਰਹੀ ਸੀ। ਹੁਣ ਇੱਥੇ ਕੀ ਹੋਏਗਾ, ਦ ਅਮਾਊਂਟ ਆਫ ਡੈਪਰੀਸੀਏਸ਼ਨ ਚਾਰਜ ਐਵਰੀ ਈਅਰ ਆਲਸੋ ਗੋਜ਼ ਔਨ ਡਿਕਲਾਈਨਿੰਗ। ਜਿਹੜਾ ਮੈਂ ਅਮਾਊਂਟ ਆਫ ਡੈਪਰੀਸੀਏਸ਼ਨ ਲਗਾ ਰਹੀ ਹਾਂ ਉਹ ਵੀ ਹਰ ਸਾਲ ਨੀਚੇ ਜਾਂਦਾ ਰਹੇਗਾ। ਕਿਉਂ? ਕਿਉਂਕਿ ਉਹ ਹਰ ਸਾਲ ਨਵੀਂ ਬੁੱਕ ਵੈਲਿਊ ਦੇ ਉੱਤੇ ਲੱਗੇਗਾ, ਠੀਕ ਹੈ। ਇਹ ਐਗਜ਼ਾਮਪਲ ਨਾਲ ਕਰਦੇ ਹਾਂ ਆਪਾਂ, ਤੁਹਾਨੂੰ ਜ਼ਿਆਦਾ ਕਲੀਅਰ ਹੋਏਗਾ। ਸਭ ਤੋਂ ਪਹਿਲਾਂ ਐਗਜ਼ਾਮਪਲ ਹੀ ਸਮਝਦੇ ਹਾਂ, ਅੱਗੇ ਹੈ ਤੁਹਾਡੇ ਕੋਲ ਫਾਰਮੂਲਾ, ਇਹ ਬਾਅਦ ਦੇ ਵਿੱਚ ਦੇਖਦੇ ਹਾਂ। ਪਹਿਲਾਂ ਐਗਜ਼ਾਮਪਲ 'ਤੇ ਆ ਜਾਓ। ਨਿਊਮੈਰੀਕਲ ਕੀ ਹੈ ਮੇਰੇ ਕੋਲ, ਇੱਕ ਮਸ਼ੀਨਰੀ ਪਰਚੇਜ਼ ਕੀਤੀ ਗਈ ਆ, ਉਹਦੀ ਵੈਲਿਊ ਹੈ 2 ਲੱਖ, ਠੀਕ ਹੈ। ਇੱਕ ਮਸ਼ੀਨਰੀ ਪਰਚੇਜ਼ ਕੀਤੀ ਗਈ ਹੈ ਜਿਹਦੀ ਵੈਲਿਊ ਹੈ 2 ਲੱਖ। ਡੈਪਰੀਸੀਏਸ਼ਨ ਅਸੀਂ ਲਗਾਉਣੀ ਹੈ 10% ਪਰ ਐਨਮ ਅਤੇ ਰਿਟਨ ਡਾਊਨ ਵੈਲਿਊ ਮੈਥਡ ਦੇ ਅਕੋਰਡਿੰਗ ਲਗਾਉਣੀ ਹੈ। ਹੁਣ ਕੁਐਸਚਨ ਤੁਹਾਡੇ ਕੋਲ ਪੁੱਛਿਆ ਜਾ ਸਕਦਾ ਹੈ ਐਗਜ਼ੈਕਟ ਇੱਦਾਂ ਹੀ ਆਬਜੈਕਟਿਵ ਟਾਈਪ ਦੇ ਵਿੱਚ, what will be the book value of that machine at the end of second year। ਹੁਣ ਤੁਹਾਡੇ ਤੋਂ ਪੁੱਛ ਰਹੇ ਕੁਐਸਚਨ ਦੇ ਵਿੱਚ ਕਿ ਸੈਕਿੰਡ ਈਅਰ ਦੇ ਐਂਡ ਵਿੱਚ ਮੇਰੇ ਕੋਲ ਬੁੱਕ ਵੈਲਿਊ ਕਿੰਨੀ ਹੈ ਉਸ ਐਸੇਟ ਦੀ, ਠੀਕ ਹੈ। ਆਪਸ਼ਨਸ ਦਿੱਤੇ ਹੋਏ ਹੈ, A 1,62,000, B 1,80,000, C 1,60,000 ਔਰ D 1,62,000। ਸਭ ਤੋਂ ਪਹਿਲਾਂ ਕੈਲਕੂਲੇਟ ਕਰੋ ਡੈਪਰੀਸੀਏਸ਼ਨ ਫਸਟ ਈਅਰ ਦੀ। ਡੈਪਰੀਸੀਏਸ਼ਨ ਕੈਲਕੂਲੇਟ ਕਰੋ ਫਸਟ ਈਅਰ ਦੀ, ਕਿੰਨੇ ਪਰਸੈਂਟ ਦਿੱਤਾ ਹੋਇਆ, ਡਾਇਰੈਕਟ ਹੀ ਲਗਾ ਦੋਗੇ। 10% ਦਿੱਤਾ ਹੋਇਆ, 2 ਲੱਖ ਤੇ 10% ਲਗਾਓਗੇ ਤੁਹਾਡੇ ਕੋਲ ਆਏਗਾ 20,000, ਠੀਕ ਹੈ। ਹੁਣ ਬੁੱਕ ਵੈਲਿਊ ਨਿਕਾਲੋਗੇ ਐਟ ਦ ਐਂਡ ਆਫ ਫਸਟ ਈਅਰ। ਐਟ ਦ ਐਂਡ ਆਫ ਫਸਟ ਈਅਰ ਬੁੱਕ ਵੈਲਿਊ ਨਿਕਾਲੋ, ਕਿੰਨੀ ਆਏਗੀ, 2 ਲੱਖ। बुक वैल्यू का फॉर्मूला ओरिजिनल कॉस्ट माइनस डेप्रीसीएशन, ओरिजिनल कॉस्ट माइनस डेप्रीसीएशन। तो आ मेरी बुक वैल्यू ओरिजिनल कॉस्ट होगी 2 लाख, माइनस कर दो डेप्रीसीएशन पहले साल दी, तो मेरे को बुक वैल्यू कितनी आ जाएगी पहले साल के एंड की 1,80,000। ਹੁਣ ਉਹਨਾਂ ਨੇ ਪੁੱਛਿਆ ਸੀ ਬੁੱਕ ਵੈਲਿਊ ਐਟ ਦ ਐਂਡ ਆਫ ਸੈਕਿੰਡ ਈਅਰ, ਤਾਂ ਦੂਜੇ ਸਾਲ ਦੀ ਵੀ ਮੈਨੂੰ ਡੈਪਰੀਸੀਏਸ਼ਨ ਨਿਕਾਲਣੀ ਪਏਗੀ, ਫਿਰ ਉਹਦੇ 'ਚੋਂ ਮਾਈਨਸ ਕਰਨਾ ਪਏਗਾ। ਹੁਣ ਆਪਾਂ ਕੈਲਕੂਲੇਟ ਕਰਨੀ ਹੈ ਡੈਪਰੀਸੀਏਸ਼ਨ ਸੈਕਿੰਡ ਈਅਰ ਦੀ। ਹੁਣ ਧਿਆਨ ਨਾਲ ਚੀਜ਼ ਸਮਝਣਾ, ਜਦੋਂ ਆਪਾਂ ਰਿਟਨ ਡਾਊਨ ਵੈਲਿਊ ਮੈਥਡ ਦੇ ਉੱਤੇ ਡੈਪਰੀਸੀਏਸ਼ਨ ਲਗਾਉਣੀ ਹੈ ਨਾ, ਸਟ੍ਰੇਟ ਲਾਈਨ ਦੇ ਉੱਤੇ ਤਾਂ ਅਸੀਂ ਓਰੀਜਨਲ ਕਾਸਟ ਦੇ ਉੱਤੇ ਲਗਾਈ ਜਾ ਰਹੇ ਸੀ ਬਾਰ-ਬਾਰ ਸੇਮ ਚੀਜ਼ ਦੇ ਉੱਤੇ। ਅਗਰ 5 ਲੱਖ ਦੀ ਮਸ਼ੀਨਰੀ ਸੀ ਤਾਂ 5 ਲੱਖ ਤੇ 10% ਪਹਿਲੇ ਸਾਲ, ਫਿਰ 5 ਲੱਖ ਤੇ 10% ਦੂਜੇ ਸਾਲ, ਫਿਰ 5 ਲੱਖ ਤੇ 10% ਤੀਜੇ ਸਾਲ, ਠੀਕ ਹੈ। ਪਰ ਰਿਟਨ ਡਾਊਨ ਵੈਲਿਊ ਮੈਥਡ ਦੇ ਵਿੱਚ ਤੁਸੀਂ ਕੀ ਕਰਨਾ ਹੈ, ਜੋ ਮੇਰੀ ਬੁੱਕ ਵੈਲਿਊ ਆਏਗੀ ਫਸਟ ਈਅਰ ਦੇ ਐਂਡ ਦੇ ਵਿੱਚ। ਹੁਣ ਮੇਰੀ ਬੁੱਕ ਵੈਲਿਊ ਕਿੰਨੀ ਆਈ ਫਸਟ ਈਅਰ ਦੇ ਐਂਡ ਦੇ ਵਿੱਚ, 1,80,000। ਇਹਦੇ ਉੱਤੇ ਤੁਸੀਂ ਨੈਕਸਟ ਈਅਰ ਡੈਪਰੀਸੀਏਸ਼ਨ ਚਾਰਜ ਕਰਨੀ ਹੈ। ਇਹੀ ਮੇਨ ਡਿਫਰੈਂਸ ਹੈ ਰਿਟਨ ਡਾਊਨ ਵੈਲਿਊ ਮੈਥਡ ਦਾ। ਹੁਣ ਇਹਦੇ ਉੱਤੇ 1,80,000 ਦੇ ਉੱਤੇ ਡੈਪਰੀਸੀਏਸ਼ਨ ਚਾਰਜ ਕਰੋ 10% ਦੀ, ਤਾਂ ਤੁਹਾਡੇ ਕੋਲ ਆਏਗਾ 18,000। ਹੁਣ ਉਹਨਾਂ ਨੇ ਕੁਐਸਚਨ ਦੇ ਵਿੱਚ ਪੁੱਛਿਆ ਸੀ ਬੁੱਕ ਵੈਲਿਊ ਨਿਕਾਲਣੀ ਹੈ ਸੈਕਿੰਡ ਈਅਰ ਦੇ ਐਂਡ ਦੀ, ਹੈ ਨਾ। ਸੈਕਿੰਡ ਈਅਰ ਆ ਵਾਲਾ ਹੋ ਗਿਆ ਮੇਰਾ, ਜਦੋਂ ਮੈਂ 18,000 ਦੀ ਡੈਪਰੀਸੀਏਸ਼ਨ ਨਿਕਾਲੀ ਹੈ। ਤਾਂ ਸੈਕਿੰਡ ਈਅਰ ਦੇ ਵਿੱਚ ਮੈਂ ਫਾਰਮੂਲਾ ਕੀ ਲਗਾਉਂਗੀ ਬੁੱਕ ਵੈਲਿਊ ਨਿਕਾਲਣ ਦਾ, ਓਰੀਜਨਲ ਕਾਸਟ ਮਾਈਨਸ ਡੈਪਰੀਸੀਏਸ਼ਨ। ਤੇ ਜੋ ਮੇਰੇ ਪ੍ਰੀਵੀਅਸ ਈਅਰ ਦੀ ਬੁੱਕ ਵੈਲਿਊ ਹੋਏਗੀ ਨਾ, ਨੈਕਸਟ ਈਅਰ ਉਹ ਮੇਰੇ ਓਰੀਜਨਲ ਕਾਸਟ ਬਣ ਜਾਏਗੀ। ਨੈਕਸਟ ਈਅਰ ਦੀ ਉਹ ਮੇਰੀ ਓਰੀਜਨਲ ਕਾਸਟ ਬਣ ਜਾਏਗੀ। ਇਹ ਚੀਜ਼ ਧਿਆਨ ਰੱਖਣਾ, ਠੀਕ ਹੈ। ਕਿ ਹੁਣ ਮੈਂ 1,80,000 ਦੇ ਵਿੱਚੋਂ 18,000 ਮਾਈਨਸ ਕਰਨਾ ਹੈ, ਇਹ ਵਾਲੀ ਮੇਰੀ ਓਰੀਜਨਲ ਕਾਸਟ ਬਣ ਗਈ। ਹੁਣ ਨੈਕਸਟ ਈਅਰ ਦੀ ਜੋ ਮੇਰੀ ਪਹਿਲੇ ਸਾਲ ਦੀ ਬੁੱਕ ਵੈਲਿਊ ਸੀ ਉਹ ਮੇਰੇ ਨੈਕਸਟ ਈਅਰ ਦੀ ਓਰੀਜਨਲ ਕਾਸਟ ਬਣ ਜਾਏਗੀ, ਜਿਸ 'ਚੋਂ ਤੁਸੀਂ ਡੈਪਰੀਸੀਏਸ਼ਨ ਮਾਈਨਸ ਕਰੋਗੇ ਤਾਂ ਤੁਹਾਡੇ ਕੋਲ ਆਏਗੀ ਬੁੱਕ ਵੈਲਿਊ ਸੈਕਿੰਡ ਈਅਰ ਦੇ ਐਂਡ ਦੀ 1,62,000। ਹੋਪ ਤੁਹਾਨੂੰ ਇਹ ਚੀਜ਼ ਕਲੀਅਰ ਹੈ। ਹੁਣ ਪੁਆਇੰਟ ਕੀ ਸੀਗੇ ਦੇਖੋ, ਅਗਰ ਜਿਹੜੇ ਆਪਾਂ ਪੁਆਇੰਟ ਡਿਸਕਸ ਕਰ ਰਹੇ ਸੀ, ਪਹਿਲਾ ਪੁਆਇੰਟ ਸੀ ਵੈਲਿਊ ਆਫ ਐਸੇਟ ਡਿਮਨੀਸ਼ਿੰਗ। ਹੁਣ ਵੈਲਿਊ ਆਫ ਐਸੇਟ ਕਿੱਦਾਂ ਡਿਮਨੀਸ਼ ਹੋ ਰਿਹਾ ਆ ਦੇਖਣਾ ਤੁਸੀਂ। ਸਭ ਤੋਂ ਪਹਿਲਾਂ ਦੇਖੋ ਵੈਲਿਊ ਆਫ ਐਸੇਟ ਕਿੰਨਾ ਸੀ ਮੇਰੇ ਕੋਲ, ਮਤਲਬ 2 ਲੱਖ ਸੀਗੀ ਮੇਰੀ ਓਰੀਜਨਲ ਕਾਸਟ।
फिर मेरा डेप्रीसीएशन लग के 1,80,000 हो गया, फिर दूजे साल डेप्रीसीएशन लग के मेरा 1,62,000 हो गया। इदा ही अगर तीजे साल की निकालूंगी तो वो 10% लगा के माइनस करूँगी तो वो रिड्यूस हो जाएगी। इदा मेरी रिटन डाउन वैल्यू के अकॉर्डिंग जो मेरा वैल्यू ऑफ एसेट है वो की होंदा जाएगा, डिमनीश होंदा जाएगा, डिक्रीज होंदा जाएगा। सैकेंड पॉइंट आपां की रीड किया सीगा, द अमाउंट ऑफ डेप्रीसीएशन चार्ज एवरी ईयर ऑल्सो गोज ऑन डिक्लाइनिंग। डेप्रीसीएशन का भी अमाउंट डिक्लाइन चल जाएगा। पहले साल देखो मैं डेप्रीसीएशन किन्ने दी पाई है 20,000 की, क्योंकि मैं 2 लाख 10% कैलकुलेट किया। दूजे साल मेरी डेप्रीसीएशन 18,000 होगी। तीजे साल मेरी डेप्रीसीएशन कितनी हो जाएगी 1,62,000 ते लगाओगे तुसी 10% 1,62,000 हो जाएगी, तो तीजे साल डिक्रीज होगी। हुण साल पर साल मेरी ये डेप्रीसीएशन का अमाउंट भी डिक्लाइन होंदा जाएगा। तो आ 2 पॉइंट्स का मतलब एग्जाम्पल तो तुहानू क्लीयर है। होप तुहानू ये दोनों पॉइंट्स क्लीयर ने कि वैल्यू ऑफ एसेट भी रिटन डाउन वैल्यू मैथड के अकॉर्डिंग डिक्रीज होंदी जाएगी ते अमाउंट ऑफ डेप्रीसीएशन भी डिक्रीज होंदी जाएगी। होप तुहानू ये सारी पॉइंट्स क्लीयर ने। नैक्सट देखो, अंडर दिस मैथड इंस्टेड ऑफ फिक्सड अमाउंट आप फिक्सड अमाउंट नहीं लेंदे, फिक्सड अमाउंट ऑफ डेप्रीसीएशन आप कित्थे लैंदे आ, याद रखना SLM मैथड दे विच, ठीक है। पर इत्थे आप रेट ऑफ डेप्रीसीएशन फिक्सड रखते हैं, 15% लगा रहे हैं तो 15% पहले साल भी, दूजे साल भी, तीजे साल भी। हुण जिहड़ा आपां हुणे रीसेंट एग्जाम्पल किया, जे आप 10% पहले साल ला रहे हैं, दूजे साल भी 10% लगा रहे हैं, तीजे साल 10% लगा रहे हैं, बस वैल्यू ऑफ एसेट चेंज हो रहा हर साल, ठीक है। हुण इहदे लई रेट ऑफ डेप्रीसीएशन नू कैलकुलेट करन दा फॉर्मूला की है अकॉर्डिंग टू रिटन डाउन वैल्यू मैथड। सिर्फ इहदे विचों फॉर्मूला पूछा जा सकता है, कैलकुलेशन इहदी नहीं पूछी जा सकती, क्योंकि कैलकुलेशन रूट दे विच है। इहदे लई तुहानू कैलकुलेटर की जरूरत पेगी, तो कैलकुलेटर तो अलाउड नहीं ऑब्जेक्टिव एग्जाम दे विच, इस करके तुसी सिर्फ फॉर्मूला याद रखना है, ठीक है। फॉर्मूले नू याद रखना, होर तुसी कुछ नहीं इहदे विच करना। पर मैं तुहाडे अंडरस्टैंडिंग लई कि तुसी वैल्यूज़ किद्दां पुट करनी, अगर वैल्यूज़ बहुत ज़्यादा छोटियां आ गई तो शायद हो सकता है बिना कैलकुलेटर तो मैं एग्जाम्पल भी लेके आई हाँ, ठीक है। हुण सब तो रिकॉल करो कि स्ट्रेट लाइन मैथड के अकॉर्डिंग तुसी रेट किद्दां निकालदे सी। रेट इज इक्वल्स टू डेप्रीसीएशन ओवर कॉस्ट इंटू 100। नाल पिछला रिकॉल करते रहा करो कि तुहानू याद है कि उहदे विच रेट किद्दां निकालदे सी। तो ये हो गया डेप्रीसीएशन, ये हो गया ओरिजिनल कॉस्ट इंटू 100 कर दोगे। इहदे विच डेप्रीसीएशन का रेट किद्दां निकालोगे, R ब्रैकेट 1 माइनस n रूट S ओवर C इंटू 100, ये फॉर्मूला हो जाएगा। इनू तुसी नोट करना अपने नोट्स दे विच, ठीक है। हुण इहदी टर्म्स देखो सारी, पहला n की है मेरा यूजफुल लाइफ ऑफ एसेट, ठीक है। S की है मेरी स्क्रैप वैल्यू, C की है मेरी कॉस्ट ऑफ एसेट या फिर आप कह सकते हैं ओरिजिनल कॉस्ट, ओरिजिनल कॉस्ट। ने एग्जाम्पल भी लिया मैं, सिर्फ तुसी वैल्यू पुट करनी देख लो किद्दां कित्थे करनी है। बाकी जे वैल्यूज़ बहुत ज़्यादा छोटियां आईयां फिर थोड़ा ईजिली सॉल्व हो जाएगा, बट अगर वैल्यूज़ वड्डियां होईयां तो ये क्वेश्चन प्रैक्टिकल दे विच आएगा ही नहीं, ठीक है। द कॉस्ट ऑफ एसेट है 1,10,000, स्क्रैप वैल्यू है 5 ईयर्स तो बाद 10,000, तो रेट ऑफ डेप्रीसीएशन कैलकुलेट करो। फॉर्मूला लगे R 1 माइनस n है, तो n की सीगा यूजफुल लाइफ ऑफ एसेट कितनी है 5 ईयर, 5 रखोगे, रूट लगाओगे। S की है स्क्रैप वैल्यू कितनी है 10,000 ऊपर रखोगे। ओरिजिनल कॉस्ट कितनी है 5,10,000 इंटू 100 करोगे, जो तुसी इनू सॉल्व करोगे तुहाडे कोल आएगा 54.45%। पर हो सकता है तुहानू वैल्यू बहुत ज़्यादा छोटियां दे दें जिहदा रूट भी ईजिली निकल सके, तो तुसी उन्होंने मल्टीप्लीकेशन भी ईजी कर सको, तो तुहाडे कोलों रेट पूछा जा सकता है, ठीक है। होप तुहानू ये चीज़ भी क्लीयर है। फॉर्मूला तुसी याद रखना अकॉर्डिंग टू SLM भी रेट का फॉर्मूला, अकॉर्डिंग टू रिटन डाउन वैल्यू मैथड भी रेट का फॉर्मूला। हम नैक्सट देखते हैं कि आप न्यूमेरिकल कर चुके हैं, देख चुके हैं कि वैल्यू कितना डिक्रीज हो रही है और डेप्रीसीएशन का अमाउंट कितना डिक्रीज हो रहा है। उस तो बाद है एडवांटेजेस पढ़ांगे। सब तो पहला एडवांटेज है यदि लॉजिकल। हुण आपां उत्थे पढ़िया सीगा ओहदी डिसएडवांटेज की सी कि ये इलॉजिकल है ना। SLM की है इलॉजिकल है, पर ये मैथड ज़्यादा लॉजिकल है। किवें देखो, इट इज़ मोर लॉजिकल मैथड एज कंपेयर टू SLM स्ट्रेट लाइन मैथड। इन द इनीशियल ईयर कहते शुरुआती सालों दे विच कॉस्ट ऑफ एसेट हाई होएगी तो अमाउंट ऑफ डेप्रीसीएशन भी मेरा हाई चार्ज किया जाएगा P&L दे विच, है ना। हुण देखो आ वाला एग्जाम्पल ही लै लैंदे आ, जो मेरा कॉस्ट ऑफ एसेट 2 लाख सीगा तो अमाउंट ऑफ डेप्रीसीएशन भी मेरा ज़्यादा लग रहा सी, 20,000 लग रहा सी। जिद्दां ही मेरा कॉस्ट ऑफ डेप्रीसीएशन बाद दूसरे साल दे विच डिक्रीज हो गया 1,80,000 तो मेरी डेप्रीसीएशन 18,000 लग रही सी। फिर मेरे तीजे साल दे विच हो गया 1,62,000 तो मेरी डेप्रीसीएशन
6200 ਆ ਰਹੀ ਸੀ। ਤਾਂ ਲੌਜੀਕਲ ਹੈ, ਜਿੱਦਾਂ ਜਿੱਦਾਂ ਹਾਇਰ ਇਨੀਸ਼ੀਅਲ ਈਅਰਸ ਦੇ ਵਿੱਚ ਮੇਰੀ ਕਾਸਟ ਆਫ ਵੈਲਿਊ ਐਸਿਡ ਦੀ ਜ਼ਿਆਦਾ ਹੋਏਗੀ ਤਾਂ ਡੈਪਰੀਸੀਏਸ਼ਨ ਅਮਾਊਂਟ ਵੀ ਜ਼ਿਆਦਾ P&L ਦੇ ਵਿੱਚ ਡੈਬਿਟ ਕੀਤਾ ਜਾਏਗਾ। ਲੇਟਰ ਈਅਰਸ ਦੇ ਵਿੱਚ ਜਿੱਦਾਂ ਜਿੱਦਾਂ ਸਾਲ ਗੁਜ਼ਰਦੇ ਜਾਓਗੇ ਤਾਂ ਬੁੱਕ ਵੈਲਿਊ ਐਸਿਡ ਦੀ ਰਿਡਿਊਸ ਹੁੰਦੀ ਜਾਏਗੀ, ਹੈ ਨਾ। ਆ ਦੇਖੋ ਬੁੱਕ ਵੈਲਿਊ ਰਿਡਿਊਸ ਹੋ ਰਹੀ ਹੈ ਨਾ। ਪਹਿਲਾਂ ਮੇਰੀ ਬੁੱਕ ਵੈਲਿਊ ਆਈ 1,80,000, ਫਿਰ ਮੇਰੀ ਬੁੱਕ ਵੈਲਿਊ ਆਈ 1,62,000, ਦੈਨ ਅੱਗੇ ਆਪਾਂ ਨਿਕਾਲਾਂਗੇ ਤਾਂ ਫਿਰ ਹੋਰ ਘੱਟ ਜਾਏਗੀ, ਠੀਕ ਹੈ। ਬੁੱਕ ਵੈਲਿਊ ਡਿਕਰੀਜ਼ ਹੁੰਦੀ ਜਾਏਗੀ, ਇੱਦਾਂ ਅਮਾਊਂਟ ਆਫ ਡੈਪਰੀਸੀਏਸ਼ਨ ਵੀ ਡਿਕਰੀਜ਼ ਹੁੰਦਾ ਜਾਏਗਾ ਅਤੇ ਘੱਟ ਅਮਾਊਂਟ ਡੈਪਰੀਸੀਏਸ਼ਨ ਦਾ ਆਪਾਂ P&L ਦੇ ਵਿੱਚ ਪਾਵਾਂਗੇ। ਤਾਂ ਕਹਿੰਦੇ ਕਿ SLM ਦੇ ਨਾਲੋਂ ਜ਼ਿਆਦਾ ਲੌਜੀਕਲ ਮੈਥਡ ਹੈ। ਹੋਪ ਤੁਹਾਨੂੰ ਫਸਟ ਪੁਆਇੰਟ ਕਲੀਅਰ ਹੈ। ਸੈਕਿੰਡ ਪੁਆਇੰਟ ਹੈ ਸਾਡੇ ਕੋਲ ਈਜ਼ੀ ਕੈਲਕੂਲੇਟ ਕਰਨਾ। ਇਟ ਇਜ਼ ਈਜ਼ੀ ਟੂ ਕੈਲਕੂਲੇਟ ਡੈਪਰੀਸੀਏਸ਼ਨ ਅੰਡਰ ਦਿਸ ਮੈਥਡ ਈਵਨ ਸਮ ਨਿਊ ਮਸ਼ੀਨਰੀ ਜਾਂ ਫਿਰ ਨਿਊ ਐਸਿਡ ਇਜ਼ ਪਰਚੇਸਡ ਈਅਰ ਆਫਟਰ ਈਅਰ। ਕਹਿੰਦੇ ਇਹਦੀ ਕੈਲਕੂਲੇਸ਼ਨ ਕਰਨਾ ਬਹੁਤ ਜ਼ਿਆਦਾ ਈਜ਼ੀ ਹੈ। ਭਾਵੇਂ ਆਪਾਂ ਈਅਰ ਆਫਟਰ ਈਅਰ ਨਵੀਂ ਮਸ਼ੀਨਰੀ ਪਰਚੇਸ ਕਰ ਰਹੇ ਹਾਂ ਤਾਂ ਵੀ ਉਹਦੇ ਉੱਤੇ ਡੈਪਰੀਸੀਏਸ਼ਨ ਕੈਲਕੂਲੇਟ ਕਰਨਾ ਈਜ਼ੀ ਹੋ ਜਾਏਗਾ। ਜਿਸ ਡੇਟ ਨੂੰ ਤੁਸੀਂ ਮਸ਼ੀਨਰੀ ਖਰੀਦੀ ਹੋਏਗੀ ਉਸ ਡੇਟ ਤੋਂ ਜਿਸ ਡੇਟ ਤੱਕ ਤੁਸੀਂ ਯੂਜ਼ ਕੀਤਾ ਹੋਏਗਾ ਬਸ ਤੁਸੀਂ ਡੈਪਰੀਸੀਏਸ਼ਨ ਨੂੰ ਕੈਲਕੂਲੇਟ ਕਰ ਲੈਣਾ, ਠੀਕ ਹੈ। ਉਸ ਤੋਂ ਬਾਅਦ ਹੈ ਇਕੁਅਲ ਬਰਡਨ ਪਾਇਆ ਜਾਏਗਾ ਇਨਕਮ ਸਟੇਟਮੈਂਟ 'ਤੇ। ਇਨਕਮ ਸਟੇਟਮੈਂਟ ਮਤਲਬ P&L, ਹੈ ਨਾ। ਇਨ ਦਿਸ ਮੈਥਡ ਦਾ ਟੋਟਲ ਬਰਡਨ ਔਨ P&L, ਟੋਟਲ ਬਰਡਨ ਇਨ ਰਿਸਪੈਕਟ ਟੂ ਕਿਹਦੇ ਲੈ ਰਹੇ ਆ, ਟੋਟਲ ਬਰਡਨ ਡੈਪਰੀਸੀਏਸ਼ਨ ਅਤੇ ਰਿਪੇਅਰ, ਠੀਕ ਹੈ। ਡੈਪਰੀਸੀਏਸ਼ਨ ਔਰ ਰਿਪੇਅਰ ਐਕਸਪੈਂਸਿਸ ਦਾ ਟੋਟਲ ਦੇ ਵਿੱਚ ਲੈ ਰਹੇ ਆ। ਹੁਣ ਇਕੁਅਲ ਬਰਡਨ ਕਿੱਦਾਂ ਪਏਗਾ, ਦੇਖੋ ਦਿਸ ਇਜ਼ ਬਿਕੋਜ਼ ਇਨ ਦ ਇਨੀਸ਼ੀਅਲ ਈਅਰ, ਜਦੋਂ ਮੇਰੇ ਸ਼ੁਰੂਆਤੀ ਸਾਲ ਹੈ, ਜਦੋਂ ਮੈਂ ਐਸਿਡ ਹਜੇ ਪਰਚੇਸ ਕੀਤਾ, ਡੈਪਰੀਸੀਏਸ਼ਨ ਜ਼ਿਆਦਾ ਚਾਰਜ ਹੋ ਰਹੀ ਹੈ ਉਹਦੇ ਉੱਤੇ, ਪਰ ਉਹ ਐਸਿਡ ਨਵਾਂ ਹੈ ਤਾਂ ਉਹਨੂੰ ਰਿਪੇਅਰ ਦੀ ਘੱਟ ਲੋੜ ਹੈ, ਤਾਂ ਰਿਪੇਅਰ ਦੇ ਐਕਸਪੈਂਸਿਸ ਮੇਰੇ ਘੱਟ ਲੱਗ ਰਹੇ, ਠੀਕ ਹੈ। ਤਾਂ ਦੋਨਾਂ ਦਾ ਅਗਰ ਸਮ ਕਰੂੰਗੀ ਤਾਂ ਉਹ ਬੈਲੈਂਸ ਰਹੇਗਾ। ਇੱਦਾਂ ਹੀ ਲੇਟਰ ਈਅਰਸ ਦੇ ਵਿੱਚ ਬਾਅਦ ਦੇ ਸਾਲਾਂ ਦੇ ਵਿੱਚ ਡੈਪਰੀਸੀਏਸ਼ਨ ਮੇਰੀ ਘੱਟ ਚਾਰਜ ਕੀਤੀ ਜਾਏਗੀ ਕਿਉਂਕਿ ਉਹਦੀ ਬੁੱਕ ਵੈਲਿਊ ਡਿਕਰੀਜ਼ ਹੋ ਗਈ। ਬੁੱਕ ਵੈਲਿਊ ਡਿਕਰੀਜ਼ ਹੋ ਗਈ ਤਾਂ ਡੈਪਰੀਸੀਏਸ਼ਨ ਅਮਾਊਂਟ ਵੀ ਡਿਕਰੀਜ਼ ਹੋ ਜਾਏਗਾ। ਪਰ ਬਾਅਦ ਵਾਲੇ ਸਾਲਾਂ ਵਿੱਚ ਉਹਨੂੰ ਰਿਪੇਅਰ ਦੀ ਜ਼ਿਆਦਾ ਜ਼ਰੂਰਤ ਹੋ ਸਕਦੀ ਹੈ ਤਾਂ ਰਿਪੇਅਰ ਜ਼ਿਆਦਾ ਚਾਰਜਸ ਲੱਗੂਗੇ। ਤਾਂ ਇਨ ਟੋਟਲ ਜਿਹੜਾ ਬਰਡਨ ਹੈ P&L ਦੇ ਉੱਤੇ ਉਹ ਇਕੁਅਲ ਹੀ ਰਹੇਗਾ ਡੈਪਰੀਸੀਏਸ਼ਨ ਔਰ ਰਿਪੇਅਰ ਦਾ। ਹੋਰ ਤੁਹਾਨੂੰ ਇਹ ਪੁਆਇੰਟ ਵੀ ਕਲੀਅਰ ਹੈ। ਨੈਕਸਟ ਦੇਖੋ, ਇਹਦੇ ਵਿੱਚ ਐਸਿਡ ਨੂੰ ਕੰਪਲੀਟਲੀ ਰਿਟਰਨ ਆਫ ਨਹੀਂ ਕੀਤਾ ਜਾਂਦਾ ਜਿੱਦਾਂ SLM ਦੇ ਵਿੱਚ ਉਹਦੀ ਵੈਲਿਊ 0 'ਤੇ ਕੀਤੀ ਜਾਂਦੀ ਹੈ। ਅੰਡਰ ਦਿਸ ਮੈਥਡ ਦਾ ਐਸਿਡ ਇਜ਼ ਨੈਵਰ ਰਿਡਿਊਸ ਟੂ 0 ਕਿਉਂਕਿ ਕੁਛ ਨਾ ਕੁਛ ਡੈਪਰੀਸੀਏਸ਼ਨ ਚਾਰਜ ਕੀਤੀ ਜਾਏਗੀ P&L ਦੇ ਵਿੱਚ ਡੈਬਿਟ ਕੀਤੀ ਜਾਏਗੀ ਕਿਉਂਕਿ ਉਹ ਐਸਿਡ ਹਜੇ ਵੀ ਯੂਜ਼ ਦੇ ਵਿੱਚ ਹੈਗਾ ਬਿਜ਼ਨਸ ਦੇ ਵਿੱਚ। ਆਈ ਹੋਪ ਇਹ ਵੀ ਪੁਆਇੰਟ ਤੁਹਾਨੂੰ ਕਲੀਅਰ ਹੈ। ਨੈਕਸਟ ਹੈ ਵੈਰੀ ਇੰਪੋਰਟੈਂਟ, ਇਹਦੇ ਉੱਤੇ ਤਾਂ ਕੁਐਸਚਨ ਵੀ ਬਣ ਸਕਦਾ ਹੈ ਕਿ ਕਿਹੜਾ ਮੈਥਡ ਅਪਰੂਵਡ ਕੀਤਾ ਗਿਆ ਇਨਕਮ ਟੈਕਸ ਅਥਾਰਟੀਜ਼ ਦੇ ਦੁਆਰਾ ਔਰ ਕਿਹੜਾ ਮੈਥਡ ਨਹੀਂ ਕੀਤਾ ਗਿਆ। ਤਾਂ SLM ਨੂੰ ਅਥਾਰਟੀਜ਼ ਨੇ ਰਿਕਗਨਾਈਜ਼ ਨਹੀਂ ਕੀਤਾ ਹੈ ਪਰ WDV ਨੂੰ ਇਨਕਮ ਟੈਕਸ ਅਥਾਰਟੀਜ਼ ਨੇ ਅਪਰੂਵ ਕੀਤਾ ਹੈ। ਹੋਪ ਤੁਹਾਨੂੰ ਇਹ ਪੁਆਇੰਟ ਕਲੀਅਰ ਹੈ। ਨੈਕਸਟ ਪੁਆਇੰਟ ਹੈ ਸਾਡੇ ਕੋਲ 6th, ਕੰਪਲਾਈਂਗ ਵਿਦ ਮੈਚਿੰਗ ਪ੍ਰਿੰਸੀਪਲ। ਜਿਹੜਾ WDV ਮੈਥਡ ਹੈ ਨਾ ਉਹ ਮੈਚਿੰਗ ਪ੍ਰਿੰਸੀਪਲ ਨੂੰ ਲੈ ਕੇ ਚੱਲਦਾ। ਦੇਖੋ ਕਿਉਂ, ਇਨੀਸ਼ੀਅਲ ਈਅਰਸ ਦੇ ਵਿੱਚ ਆਪਾਂ ਹਾਇਰ ਡੈਪਰੀਸੀਏਸ਼ਨ ਚਾਰਜ ਕਰ ਰਹੇ ਹਾਂ। ਡੈਪਰੀਸੀਏਸ਼ਨ ਕੀ ਹੈ, ਮੇਰਾ ਐਕਸਪੈਂਸ ਹੈ, ਬਿਜ਼ਨਸ ਦਾ ਕੀ ਹੈ, ਐਕਸਪੈਂਸ ਹੈ, ਤਾਂ ਹੀ ਆਪਾਂ P&L ਅਕਾਊਂਟ ਦੇ ਵਿੱਚ ਡੈਬਿਟ ਕਰ ਰਹੇ ਹਾਂ ਉਹਨੂੰ। ਹੁਣ ਸ਼ੁਰੂਆਤੀ ਸਾਲਾਂ ਵਿੱਚ ਐਕਸਪੈਂਸ ਵੀ ਮੇਰਾ ਜ਼ਿਆਦਾ ਹੈ ਪਰ ਉਹ ਐਸਿਡ ਮੈਨੂੰ ਰੈਵਨਿਊ ਵੀ ਤਾਂ ਜ਼ਿਆਦਾ ਜਨਰੇਟ ਕਰਕੇ ਦੇ ਰਿਹਾ ਕਿਉਂਕਿ ਉਹ ਐਸਿਡ ਹਜੇ ਨਵਾਂ ਹੈ ਅਤੇ ਮੈਨੂੰ ਜ਼ਿਆਦਾ ਪ੍ਰੋਡਕਟੀਵਿਟੀ ਦੇਗਾ। ਜ਼ਿਆਦਾ ਪ੍ਰੋਡਕਟੀਵਿਟੀ ਦੇਗਾ ਤਾਂ ਮੈਨੂੰ ਰੈਵਨਿਊ ਜ਼ਿਆਦਾ ਹੋਏਗਾ ਤਾਂ ਐਕਸਪੈਂਸ ਮੈਚ ਕਰੇਗਾ ਰੈਵਨਿਊ ਦੇ ਨਾਲ। ਇਸ ਕਰਕੇ ਰਿਟਰਨ ਡਾਊਨ ਵੈਲਿਊ ਮੈਥਡ ਆ ਉਹ ਜਿਹੜਾ ਮੈਚਿੰਗ ਕਨਸੈਪਟ ਨੂੰ ਪ੍ਰਿੰਸੀਪਲ ਨੂੰ ਲੈ ਕੇ ਚੱਲਦਾ ਨਾਲ। ਜਿੱਦਾਂ ਅਗਰ ਹੁਣ ਮੈਂ ਲੇਟੈਸਟ ਈਅਰਸ ਦੇ ਵਿੱਚ ਦੇਖਾਂ ਤਾਂ ਡੈਪਰੀਸੀਏਸ਼ਨ ਮੇਰਾ ਘੱਟ ਜਾਏਗਾ, ਐਕਸਪੈਂਸ ਮੇਰਾ ਘੱਟ ਜਾਏਗਾ, ਹੈ ਨਾ। ਅਤੇ ਐਕਸਪੈਂਸ ਘਟਣ ਨਾਲ ਉਹਦੀ ਯੂਸੇਜ ਵੀ ਤਾਂ ਘੱਟ ਜਾਏਗੀ। ਹੁਣ ਉਹ ਥੋੜ੍ਹਾ ਘੱਟ ਪ੍ਰੋਡਕਟਿਵ ਹੋ ਗਿਆ, ਮੈਨੂੰ ਜਿੰਨਾ ਪਹਿਲਾਂ ਰੈਵਨਿਊ ਜਨਰੇਟ ਕਰਕੇ ਦੇ ਰਿਹਾ ਸੀ ਉਹ ਤੋਂ ਘੱਟ ਰੈਵਨਿਊ ਜਨਰੇਟ ਕਰਕੇ ਦੇ ਰਿਹਾ ਉਹ ਵਾਲਾ ਐਸਿਡ, ਤਾਂ ਰੈਵਨਿਊ ਵੀ ਘੱਟ ਜਾਏਗਾ। ਇਹ ਮੈਚਿੰਗ ਕਨਸੈਪਟ ਨੂੰ ਮੈਚ ਕਰੇਗਾ, ਨਾਲ ਲੈ ਕੇ ਚੱਲੇਗਾ। ਇਸ ਲਈ ਰਿਟਰਨ ਡਾਊਨ ਵੈਲਿਊ ਮੈਥਡ ਹੈ ਜਿਹੜਾ ਡੈਪਰੀਸੀਏਸ਼ਨ ਸਟ੍ਰੇਟ ਲਾਈਨ ਮੈਥਡ ਦੇ ਨਾਲੋਂ ਜ਼ਿਆਦਾ ਵਧੀਆ ਹੈ। ਪਰ ਜਿਹੜਾ ਸਟ੍ਰੇਟ ਲਾਈਨ ਮੈਥਡ ਹੈ ਉਹ 'ਤੇ ਤਾਂ ਆਪਾਂ ਹਰ ਸਾਲ ਸੇਮ ਡੈਪਰੀਸੀਏਸ਼ਨ ਪਾ ਰਹੇ ਹਾਂ, ਹਰ ਸਾਲ ਸੇਮ ਡੈਪਰੀਸੀਏਸ਼ਨ ਪਾ ਰਹੇ ਹਾਂ। ਅਗਰ 40,000 ਪਾ ਰਹੇ ਹਾਂ 4 ਲੱਖ 'ਤੇ 10% ਤਾਂ ਪਹਿਲੇ ਸਾਲ ਵੀ 40,000 ਪਰ ਮੇਰੀ ਰੈਵਨਿਊ ਵੀ ਤਾਂ ਘੱਟ ਰਿਹਾ, ਡੈਪਰੀਸੀਏਸ਼ਨ ਸੇਮ ਰਹਿ ਰਹੀ ਹੈ, ਤਾਂ ਉਹ ਮੈਚਿੰਗ ਕਨਸੈਪਟ ਨੂੰ ਨਹੀਂ ਕੰਪਲਾਈ ਕਰਦਾ। ਹੋਪ ਤੁਹਾਨੂੰ ਇਹ ਡਿਫਰੈਂਸ ਕਲੀਅਰ ਹੈ। ਨੈਕਸਟ ਹੈ ਡਿਸਐਡਵਾਂਟੇਜਸ। ਜੋ ਇਹਦੀਆਂ ਐਡਵਾਂਟੇਜਸ ਹੈ ਬਸ ਉਹਦੇ ਆਪੋਜ਼ਿਟ ਇਹਦੀ ਡਿਸਐਡਵਾਂਟੇਜਸ ਬਣ ਜਾਏਗੀ। ਸਭ ਤੋਂ ਪਹਿਲਾ ਪੁਆਇੰਟ ਉਹੀ ਇੰਟਰਸਟ ਇਨਕਮ ਫੋਰਗੋਨ ਕਿ ਅਗਰ ਮੈਂ ਇਹਨੂੰ ਕਿਤੇ ਹੋਰ ਇਨਵੈਸਟ ਕਰਦੀ ਤਾਂ ਇੰਟਰਸਟ ਮਿਲਦੀ, ਕੱਲ੍ਹ ਵਾਲਾ ਪੁਆਇੰਟ। ਉਸ ਤੋਂ ਬਾਅਦ ਕੰਪਲੀਟਲੀ ਰਿਟਰਨ ਆਫ ਨਹੀਂ ਕੀਤਾ ਜਾਂਦਾ। ਡੈਪਰੀਸੀਏਸ਼ਨ ਰੇਟ ਨੂੰ ਕੈਲਕੂਲੇਟ ਕਰਨਾ ਥੋੜ੍ਹਾ ਕਿ ਇਹਦੇ ਵਿੱਚ ਰੂਟਸ ਦੀ ਵੈਲਿਊ ਆ ਜਾਂਦੀਆਂ, ਠੀਕ ਹੈ। ਨੈਕਸਟ ਹੈ ਹਾਇਰ ਰੇਟ ਆਫ ਡੈਪਰੀਸੀਏਸ਼ਨ। ਉਸ ਤੋਂ ਬਾਅਦ ਹੈ ਅਨਇਕੁਅਲ ਬਰਡਨ। ਮਤਲਬ ਜੋ ਇਹਦੀ ਐਡਵਾਂਟੇਜਸ ਸੀਗੀ ਉਹੀ ਇਹਦੀ ਡਿਸਐਡਵਾਂਟੇਜਸ ਬਣ ਜਾਊਗੀ। ਡਿਸਐਡਵਾਂਟੇਜਸ ਇੰਨੀ ਇੰਪੋਰਟੈਂਟ ਨਹੀਂ ਹੈ ਜਿੰਨੀ ਇਹਦੀ ਐਡਵਾਂਟੇਜਸ ਇੰਪੋਰਟੈਂਟ ਹੈ। 6th ਨੰਬਰ ਵਾਲਾ
ਗਿਆ 5th ਨੰਬਰ ਵਾਲਾ, ਠੀਕ ਹੈ। ਇਹ ਸਭ ਚੀਜ਼ਾਂ ਇੰਪੋਰਟੈਂਟ ਹੈ। ਉਸ ਤੋਂ ਬਾਅਦ ਮੈਂ ਸਾਰੇ ਨੂਮੈਰੀਕਲਸ ਵੀ ਇਹਦੇ ਰਿਲੇਟਿਡ ਤੁਹਾਨੂੰ ਕਰਵਾ ਦਿੱਤੇ ਹੈ। ਇੱਥੇ ਅੱਜ ਦੀ ਕਲਾਸ ਹੁੰਦੀ ਹੈ ਸਾਡੀ ਖਤਮ। ਇੱਕ ਵਾਰੀ ਆਪਾਂ ਰੀਕੋਲ ਕਰ ਲੈਂਦੇ ਹਾਂ ਆਪਾਂ ਅੱਜ ਕੀਤਾ ਕੀ ਹੈ। ਸਭ ਤੋਂ ਪਹਿਲਾਂ ਆਪਾਂ ਰਿਟਨ ਡਾਊਨ ਵੈਲਿਊ ਮੈਥਡ ਦੇ 2 ਨਾਮ ਦੇਖੇ। ਉਸ ਤੋਂ ਬਾਅਦ ਆਪਾਂ ਦੇਖਿਆ ਕਿ ਰਿਟਨ ਡਾਊਨ ਵੈਲਿਊ ਮੈਥਡ ਦੇ ਵਿੱਚ ਐਕਚੁਅਲ ਦੇ ਵਿੱਚ ਹੁੰਦਾ ਕੀ ਹੈ, SLM ਦੇ ਵਿੱਚ ਕੀ ਹੁੰਦਾ। ਫਿਰ ਆਪਾਂ ਡਿਫਰੈਂਸ ਦੇਖਿਆ ਓਰੀਜਨਲ ਕੋਸਟ ਔਰ ਬੁੱਕ ਵੈਲਿਊ ਦੇ ਵਿੱਚ। ਇਹਦਾ ਡਿਫਰੈਂਸ ਤੁਹਾਨੂੰ ਪਤਾ ਹੋਣਾ ਚਾਹੀਦਾ, ਤਾਂ ਹੀ ਤੁਸੀਂ ਐਗਜ਼ਾਮ ਦੇ ਵਿੱਚ ਨੂਮੈਰੀਕਲ ਨੂੰ ਕੈਲਕੂਲੇਟ ਕਰ ਪਾਓਗੇ। ਉਸ ਤੋਂ ਬਾਅਦ ਹੈ ਆਪਾਂ ਕੀਤਾ ਓਰੀਜਨਲ ਕੋਸਟ ਦੇ ਵਿੱਚ ਕਿਹੜੀ ਕੋਸਟ ਇਨਕਲੂਡ ਹੋਏਗੀ, ਉਹ ਸਭ ਚੀਜ਼ਾਂ। ਫਿਰ ਆਪਾਂ ਉਹਦਾ ਐਗਜ਼ਾਮਪਲ ਕੀਤਾ ਨੂਮੈਰੀਕਲ। ਫਿਰ ਆਪਾਂ ਨੂਮੈਰੀਕਲ ਕੀਤਾ ਕਿ ਪ੍ਰੋਫਿਟ ਔਰ ਲੋਸ ਆਪਾਂ ਕਿੱਦਾਂ ਕੈਲਕੂਲੇਟ ਕਰ ਸਕਦੇ ਹਾਂ। ਅਤੇ ਨੈਕਸਟ ਆਪਾਂ ਕੀਤਾ ਫਿਰ ਰਿਟਨ ਡਾਊਨ ਵੈਲਿਊ ਮੈਥਡ ਦੇ ਕੁਛ 2 ਇੰਪੋਰਟੈਂਟ ਪੁਆਇੰਟਸ ਜਿਨ੍ਹਾਂ ਨੂੰ ਆਪਾਂ ਪ੍ਰੈਕਟੀਕਲ ਦੀ ਹੈਲਪ ਨਾਲ ਸਮਝੇ, ਠੀਕ ਹੈ। ਫਿਰ ਪ੍ਰੈਕਟੀਕਲ ਕੀਤਾ। ਫਿਰ ਆਪਾਂ ਦੇਖਿਆ ਕਿ ਰੇਟ ਦਾ ਫਾਰਮੂਲਾ ਕੀ ਹੋਏਗਾ ਰਿਟਨ ਡਾਊਨ ਵੈਲਿਊ ਮੈਥਡ ਦੇ ਅਕੋਰਡਿੰਗ। ਉਸ ਤੋਂ ਬਾਅਦ ਆਪਾਂ ਉਹਦੀ ਐਡਵਾਂਟੇਜਸ ਸਮਝੇ। ਹੋਪ ਤੁਹਾਨੂੰ ਕਲਾਸ ਵਧੀਆ ਲੱਗੀ ਹੋਏ। ਜੇ ਤੁਹਾਨੂੰ ਕਲਾਸ ਵਧੀਆ ਲੱਗੀ ਹੋਏ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਔਰ ਲਾਈਕ ਜ਼ਰੂਰ ਕਰਨਾ। ਇਹਦੇ ਨਾਲ ਮੇਰਾ ਟੈਲੀਗ੍ਰਾਮ ਚੈਨਲ ਵੀ ਜੁਆਇਨ ਕਰ ਲਓ ਫॉर ਰੈਗੂਲਰ ਅਪਡੇਟਸ। ਔਰ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਫੀਡਬੈਕ ਦੇਣਾ ਨਾ ਭੁੱਲਣਾ। ਮਿਲਦੇ ਹਾਂ ਨੈਕਸਟ ਲੈਕਚਰ ਦੇ ਵਿੱਚ ਨੈਕਸਟ ਮੈਥਡ ਦੇ ਨਾਲ। ਥੈਂਕ ਯੂ ਸੋ ਮਚ।